स्वागत जी आया ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ। ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਠੀਕ ਹੋਵੋਗੇ ਔਰ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਆਪਣੇ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖਰੀਆਂ ਖੋਟੀਆਂ। ਮੈਂ ਹਾਂ ਕਮਲਪ੍ਰੀਤ ਕੌਰ ਤੇ ਮੈਂ ਹਾਂ ਵਿਕਾਸ ਮੋਂਗੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਮਲ, ਕੀ ਹਾਲ ਚਾਲ? ਠੀਕ ਠਾਕ, ਤੁਸੀਂ ਸੁਣਾਓ? ਬਹੁਤ ਵਧੀਆ ਬਹੁਤ ਵਧੀਆ। ਬਸ ਵੈਸੇ ਇੱਕ ਗੱਲ ਹੈ, ਹਾਂ, ਤੁਹਾਨੂੰ ਮੈਂ ਹਰ ਪੋਸ਼ਾਕ ਵਿੱਚ ਦੇਖਦਾ, ਅੱਛਾ, ਹਰ ਡਰੈਸ ਵਿੱਚ ਦੇਖਦਾ, ਸਿੰਪਲਿਸਿਟੀ ਇਜ਼ ਦਾ ਬੈਸਟ ਪਾਲਿਸੀ। ਮੈਨੂੰ ਇਹ ਲੱਗਦਾ ਵੀ ਸਾਦਗੀ ਦੇ ਵਿੱਚ ਹੀ ਸੁੰਦਰਤਾ ਹੈਗੀ ਹੈ। ਬਿਲਕੁਲ ਤੁਹਾਡੀ ਸਾਦਗੀ ਨੂੰ ਮੈਂ ਸੈਲੂਟ ਕਰਦਾ ਸੱਚੀ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਰਗੇ ਬੰਦੇ ਬਹੁਤ ਘੱਟ ਮਿਲਦੇ ਆ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਿਹੜੇ ਕਿ ਚਮਕ ਦਮਕ ਨੂੰ ਹੀ ਪਸੰਦ ਕਰਦੇ ਆ ਔਰ ਜਿਹੜੇ ਕਿ ਕਹਿੰਦੇ ਨੇ ਕਿ ਸਿੰਪਲਿਸਿਟੀ ਤਾਂ ਐਵੇਂ ਆ। ਨਹੀਂ ਤੁਸੀਂ ਜਿਹੜੀ ਆ ਗੱਲ ਕੀ ਨਾ, ਸਿੰਪਲਿਸਿਟੀ ਇਜ਼ ਦਾ ਬੈਸਟ ਪਾਲਿਸੀ। ਬੈਸਟ ਗੁੱਡ ਵੀ ਨਹੀਂ ਕਿਹਾ ਦੇ, ਬੈਸਟ ਦੀ ਬੈਸਟ ਦੀ ਬੈਸਟ, ਹਾਂ ਦੀ ਬੈਸਟ ਨਾ। ਸੋ ਵਧੀਆ ਲੱਗਿਆ ਸੁਣ ਕੇ, ਬਹੁਤ ਅੱਛਾ ਲੱਗਿਆ। ਔਰ ਮੈਂ ਨਾ ਇੱਕ ਗੱਲ ਯਾਦ ਕਰ ਰਹੀ ਸੀ, ਮੈਂ ਆਉਂਦੀ ਪਈ ਸੀਗੀ, ਉੱਥੇ ਟਰੱਕ ਤੇ ਲਿਖਿਆ ਹੋਇਆ ਸੀ ਪਿੱਛੇ। ਅਕਸਰ ਹੀ ਟਰੱਕਾਂ ਦੇ ਪਿੱਛੇ ਬੜੇ ਸੋਹਣੇ ਸੋਹਣੇ ਕੋਟਸ ਲਿਖੇ ਹੁੰਦੇ ਨਾ। ਹਾਂ ਕੀ ਲਿਖਿਆ? ਹਮ ਦੋ ਹਮਾਰੇ ਦੋ, ਇਹ ਉਹ ਫਲਾਨਾ ਢੰਕੜਾ, ਹਨਾ। ਤੇ ਉੱਥੇ ਕੋਟ ਇੱਕ ਲਿਖਿਆ ਹੋਇਆ ਸੀ ਜਿਹੜਾ ਮੈਨੂੰ ਬਹੁਤ ਹੀ ਪਸੰਦ ਆਇਆ। ਉਹ ਸੀਗਾ, ਸਾਦੇ ਵਿਆਹ ਸਾਦੇ ਭੋਗ, ਨਾ ਚਿੰਤਾ ਨਾ ਰੋਗ। ਆਹਾ, ਬਿਲਕੁਲ ਸਹੀ। ਸਾਦੇ ਵਿਆਹ ਸਾਦੇ ਭੋਗ, ਨਾ ਚਿੰਤਾ ਨਾ ਰੋਗ। ਕਹਿਣ ਦਾ ਮਤਲਬ ਇਹ ਹੈ ਵੀ ਜੇ ਅਸੀਂ ਲੋਕ ਦਿਖਾਵਾ ਕਰੀਏ, ਸਾਦੇਪਨ ਤੋਂ ਬਾਹਰ ਪੈਰ ਪਸਾਰੀਏ, ਤੇ ਬਾਅਦ ਵਿੱਚ ਫਿਰ ਅਸੀਂ ਕਰਜ਼ਾਈ ਹੋਵਾਂਗੇ। ਬਿਲਕੁਲ ਹੋਵਾਂਗੇ। ਉਹੀ ਸਾਦੇ ਵਿਆਹ ਸਾਦੇ ਭੋਗ, ਮਤਲਬ ਸਾਦਗੀ ਅਸੀਂ ਰੱਖੀਏ ਆਪਣੇ ਵਿਆਹ ਸ਼ਾਦੀਆਂ ਤੇ, ਸਾਦਗੀ ਅਸੀਂ ਰੱਖੀਏ ਆਪਣੇ ਜਦੋਂ ਵੀ ਅਸੀਂ ਅਖੰਡ ਪਾਠ ਕਰਦੇ ਹਾਂ ਜਾਂ ਕੋਈ ਕੀਰਤਨ ਕਰਾਉਂਦੇ ਹੈਗੇ ਆ, ਹਨਾ। ਤੇ ਨਾ ਤਾਂ ਸਾਨੂੰ ਕੋਈ ਚਿੰਤਾ ਹੋਏਗੀ ਨਾ ਰੋਗ ਹੋਏਗੀ। ਮਤਲਬ ਇਹ ਚਾਰ ਜਿਹੜੇ ਪੜਾਅ ਨੇ, ਹਨਾ, ਉਹਨਾਂ ਦੇ ਵਿੱਚ ਹੀ ਸਾਡੀ ਸਾਰੀ ਜ਼ਿੰਦਗੀ ਅਸੀਂ ਸੋਚ ਲਈਏ ਤਾਂ ਉਹ ਖਤਮ ਹੋ ਸਕਦੀ ਆ। ਸਾਰੀ ਜ਼ਿੰਦਗੀ ਅਸੀਂ ਟੈਨਸ਼ਨਾਂ 'ਚ ਰਹਿ ਸਕਦੇ ਹਾਂ, ਸਾਰੀ ਜ਼ਿੰਦਗੀ ਸਾਡੇ ਸਿਰ ਤੇ ਕਰਜ਼ਾ ਚੜਿਆ ਰਹੇਗਾ, ਅਸੀਂ ਨਾ ਸੁੱਖ ਦਾ ਸਾਹ ਲਵਾਂਗੇ ਤੇ ਨਾ ਕਿਸੇ ਨੂੰ ਲੈਣ ਦੇਵਾਂਗੇ। ਅੱਛਾ ਦੇਖੋ ਕਮਲ, ਚਾਹੇ ਜ਼ਿੰਦਗੀ ਦੇ ਵਿੱਚ ਸਾਦਗੀ ਦਾ ਆਣਾ ਹੋਵੇ ਜਾਂ ਫਿਰ ਸਾਡੇ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਾਕੀ ਆਲਾ ਦੁਆਲਾ ਜਿਹੜਾ ਪੂਰਾ ਏਰੀਆ ਹੈਗਾ, ਉਹਦੇ ਵਿੱਚ ਸਾਦਗੀ ਆਪਾਂ ਲੱਭ ਸਕਦੇ ਹਾਂ। ਕਿਸ ਤਰ੍ਹਾਂ? ਖਾਸ ਤੌਰ 'ਤੇ ਘਰ ਦੀ ਡੈਕੋਰੇਸ਼ਨ ਦੀ ਗੱਲ ਕਰੀਏ, ਇੰਟੀਰੀਅਰ ਦੀ ਗੱਲ ਕਰੀਏ, ਉਹਦੇ ਵਿੱਚ ਵੀ ਸਾਦਾਪਨ ਹੁੰਦਾ। ਔਰ ਆਪਣੇ ਕੱਪੜਿਆਂ ਦੀ ਗੱਲ ਕਰੀਏ, ਉਹਦੇ ਵਿੱਚ ਵੀ ਸਾਦਾਪਨ ਹੁੰਦਾ। ਔਰ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਰੂਲ ਅਪਣਾਏ ਹੁੰਦੇ ਆ, ਹਨਾ, ਉਹਦੇ ਵਿੱਚ ਵੀ ਸਾਦਾਪਨ ਹੁੰਦਾ। ਬਿਲਕੁਲ। ਸੋ ਯਾਨੀ ਕਿ ਸਾਦੇਪਨ ਦੇ ਵਿੱਚ ਸੁੰਦਰਤਾ ਤਾਂ ਹੈਗੀ ਹੈ, ਦੇਖਣ ਵਾਲੀ ਨਜ਼ਰ ਚਾਹੀਦੀ ਹੈ, ਹੈਨਾ। ਰਾਈਟ, ਬਿਲਕੁਲ। ਆਪਣੇ ਆਪ ਤੋਂ ਹੀ ਜੇ ਅਸੀਂ ਸ਼ੁਰੂਆਤ ਕਰੀਏ, ਹੈ ਨਾ, ਤੁਸੀਂ ਕਿਹਾ ਕਿ ਸਾਡੇ ਥਾਟਸ ਨੇ, ਸਾਡੀ ਥਿੰਕਿੰਗ ਹੈਗੀ ਆ। ਮੰਨਿਆ ਕਿ ਹਰੇਕ ਬੰਦੇ ਦੀ ਆਪਣੀ ਸੋਚਣ ਸਮਝਣ ਦੀ ਸ਼ਕਤੀ ਹੈਗੀ, ਪਰ ਹਰ ਇੱਕ ਬੰਦਾ ਆਪਣੀ ਸ਼ਮਤਾ ਦੇ ਅਕੋਰਡਿੰਗਲੀ ਸੋਚਦਾ ਆ, ਸਮਝਦਾ ਆ, ਦੇਖਦਾ ਆ, ਪਰਖਦਾ ਆ ਤੇ ਰਿਐਕਟ ਕਰਦਾ ਆ, ਹੈ ਨਾ। ਜੋ ਇਨਪੁਟਸ ਆਉਣਗੀਆਂ ਉਹੀ ਆਊਟਪੁਟਸ ਵੀ ਆਉਣਗੀਆਂ, ਹੈ ਨਾ। ਇੰਟਰਨਲੀ ਅਸੀਂ ਚੀਜ਼ ਕਰੀਏ ਸਾਦਗੀਪਨ ਦੀ, ਹੈ ਨਾ, ਤੇ ਬਾਹਰੋਂ ਕਰੀਏ ਸਾਡੇ ਪਹਿਰਾਵਾ ਹੋ ਸਕਦਾ ਹੈ, ਸਾਡੀਆਂ ਆਦਤਾਂ ਹੋ ਸਕਦੀਆਂ, ਸਾਡੀ ਗੱਲਬਾਤ ਹੋ ਸਕਦੀ ਹੈ, ਸਾਡਾ ਕਿਸੇ ਨੂੰ ਮਿਲਣ ਦਾ ਤਰੀਕਾ ਹੋ ਸਕਦਾ ਆ, ਠੀਕ ਆ। ਇਹਦੇ ਵਿੱਚ ਵੀ ਜਦੋਂ ਅਸੀਂ ਸਾਦਗੀਪਨ ਰੱਖਦੇ ਹਾਂ ਤੇ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਸੁਖਾਵੀਂ ਆ, ਹੈ ਨਾ। ਜੇ ਹੁਣ ਆਪਾਂ ਐਵੇਂ ਉਹ ਇੱਕ ਮਤਲਬ ਮਾਸਕ ਪਹਿਨ ਕੇ ਚਲੀਏ, ਡੁਪਲੀਕੇਸੀ ਹੋਵੇ, ਹਰੇਕ ਗੱਲ 'ਚ ਅਸੀਂ ਆਪਣੇ ਆਪ ਨੂੰ ਲੁਕੋਈਏ। ਸਾਦਗੀ ਹੈ ਕੀ ਆ? ਸਾਦਗੀ ਹੈ ਕਿ ਜੋ ਸੱਚ ਹੈ ਉਹ ਸੱਚ ਹੈ ਨਾ। ਸਾਦਗੀ ਕੀ ਆ? ਜੋ ਅਸੀਂ ਅੰਦਰੋਂ ਆ ਉਹੀ ਅਸੀਂ ਬਾਹਰੋਂ। ਸਾਦਗੀ ਕੀ ਆ? ਕਿ ਅਸੀਂ ਕੋਈ ਦਿਖਾਵਾ ਨਹੀਂ ਕਰਦੇ, ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਚਮਕ ਦਮਕ ਦੇ ਨਾਲ। ਸਾਦਗੀ ਕੀ ਹੈ? ਕਿ ਅਸੀਂ ਜੋ ਜਿੱਦਾਂ ਦਾ ਆਪਣੇ ਆਪ ਨੂੰ ਫੀਲ ਕਰਦੇ ਹਾਂ ਉਹੀ ਅਸੀਂ ਅਗਲੇ ਵਾਲੇ ਨੂੰ ਦਿੰਦੇ ਹਾਂ, ਹੈ ਨਾ। ਸੋ ਇਹਨਾਂ ਚੀਜ਼ਾਂ ਦੇ ਵਿੱਚ ਹੀ ਜਦੋਂ ਅਸੀਂ ਜ਼ਿੰਦਗੀ ਨੂੰ ਅਪਣਾ ਲੈਂਦੇ ਹਾਂ ਨਾ ਤਾਂ ਜ਼ਿੰਦਗੀ ਬੜੀ ਸਰਲ ਲੱਗਦੀ ਹੈ, ਬੜੀ ਸਮੂਥ ਚੱਲਦੀ ਹੈ। ਕਮਲ, ਮੇਰੇ ਹਿਸਾਬ ਨਾਲ ਇਨਸਾਨ ਦੀਆਂ 3 ਜ਼ਿੰਦਗੀਆਂ ਹੁੰਦੀਆਂ, ਪ੍ਰੋਫੈਸ਼ਨਲ ਲਾਈਫ, ਪਰਸਨਲ ਲਾਈਫ ਤੇ ਸੋਸ਼ਲ ਲਾਈਫ। ਹਾਂ ਬਿਲਕੁਲ। ਔਰ ਤਿੰਨਾਂ ਦੇ ਵਿੱਚ ਬੰਦਾ ਬੈਲੈਂਸ ਤਾਂ ਬਣਾਉਂਦਾ। ਔਰ ਤਿੰਨਾਂ ਦੇ ਵਿੱਚ ਜਿਹੜੀ ਸਾਦਗੀ ਹੈ ਨਾ ਉਹ ਬਹੁਤ ਜ਼ਰੂਰੀ ਹੈ, ਹੈਨਾ। ਔਰ ਜਿਹੜੀ ਸਾਦਗੀ ਤੋਂ ਹਟ ਕੇ ਬੰਦਾ ਐਕਸਟਰਾ ਲੋਕ ਦਿਖਾਵਾ ਕਰਦਾ, ਕਈਆਂ ਨੂੰ ਤਾਂ ਪਤਾ ਲੱਗ ਜਾਂਦਾ ਵੀ ਇਹ ਸ਼ੋਅ ਆਫ ਕਰ ਰਿਹਾ, ਕਈਆਂ ਨੂੰ ਉਹਨਾਂ ਦੀ ਸਾਦਗੀ ਇੰਪ੍ਰੈਸ ਕਰਦੀ ਹੈ, ਹੈਨਾ। 2 ਤਰ੍ਹਾਂ ਦੀ ਆਡੀਅנס ਹੈ, ਹੈਨਾ। ਸਾਹਮਣੇ ਵਾਲੇ ਨੂੰ ਇੰਪ੍ਰੈਸ ਕਰਨ ਦੇ ਵਾਸਤੇ ਅਸੀਂ ਐਕਸਟਰਾ ਆਰਡੀਨਰੀ ਕਰਦੇ ਹਾਂ ਵੀ ਸਿੰਪਲ ਤਾਂ ਸਾਰਾ ਹੀ ਹੈ, ਮੈਂ ਥੋੜਾ ਜਿਹਾ ਡਿਫਰੈਂਟ ਕਰਾਂ, ਥੋੜਾ ਜਿਹਾ ਐਕਸਟਰਾ ਕਰਾਂ। ਸੋ ਉਹ ਐਕਸਟਰਾ ਕਰਦੇ ਦਿਮਾਗ ਤੇ ਬੋਝ ਪੈਣਾ ਸ਼ੁਰੂ ਹੋ ਜਾਂਦਾ ਔਰ ਉਹੀ ਗੱਲ ਵੀ ਉਹ ਕਰਜ਼ਾਈ ਹੋ ਜਾਂਦਾ। ਸਹੀ ਗੱਲ ਹੈ। ਹੁਣ ਵਿਆਹ ਸ਼ਾਦੀਆਂ ਦੀ ਆਪਾਂ ਗੱਲ ਕਰੀਏ,
ਅਸੀਂ ਕਿੰਨਾ ਸ਼ੋਅ ਆਫ ਕਰਨ ਦੇ ਲਈ ਬਹੁਤ ਕਿੰਨਾ ਕੁਝ ਕਰਦੇ ਹਾਂ। ਇੱਕ ਕਿਸਮ ਦੇ ਨਾਲ ਅਸੀਂ ਕਹਿ ਸਕਦੇ ਅੱਡੀਆਂ ਚੁੱਕ ਕੇ ਫਾਹੇ ਲੈਂਦੇ ਆ ਬਿਲਕੁਲ। ਸੋ ਅਸੀਂ ਕੀ ਕਰਦੇ ਆ, ਕਰਜ਼ਾ ਲੈ ਲੈਂਦੇ ਆ। ਅਸੀਂ ਕਹਿੰਦੇ ਆ ਕਿ ਧੀ ਦਾ ਵਿਆਹ ਕਰਨਾ ਹੈ, ਇੱਕ ਵੱਡੇ ਪੈਲੇਸ ਦੇ ਵਿੱਚ ਹੋਣਾ ਚਾਹੀਦਾ ਆ। ਅਸੀਂ ਵੱਡਾ ਪੈਲੇਸ ਕਰਦੇ ਆ। ਅਸੀਂ ਕਹਿੰਦੇ ਸਾਰੇ ਰਿਸ਼ਤੇਦਾਰ ਸਾਡੇ ਕੋਲ ਆਣ, ਸਾਰੇ ਜਿਹੜੇ ਹੈਗੇ ਆ ਸਾਕ ਸੰਬੰਧੀ ਸਾਡੇ ਕੋਲ ਆਣ, ਹਨਾ, ਮੁੰਡੇ ਵਾਲਿਆਂ ਨੂੰ ਕੋਈ ਕਮੀ ਨਾ ਲੱਗੇ। ਹੁਣ ਦੇਖਿਆ ਜਾਵੇ ਆਪਾਂ ਵਿਆਹ ਤੇ ਜਾਂਦੇ ਆ ਨਾ, ਉੱਥੇ ਜਾਂਦਿਆਂ ਨੂੰ ਪਹਿਲਾਂ ਤਾਂ ਡਰਿੰਕਸ ਹੁੰਦੇ ਨੇ, ਹਨਾ, ਪੀਣ ਦੇ ਲਈ ਆਪਾਂ ਨੂੰ ਕੋਈ ਜੂਸ ਹੁੰਦਾ ਹੈ, ਕੋਈ ਸ਼ੇਕ ਹੁੰਦਾ ਹੈਗਾ। ਉੱਚੀ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਨੇ, ਬਹੁਤ ਜ਼ਿਆਦਾ, ਹਨਾ। ਕੋਲਡ ਡਰਿੰਕਸ ਦੇ ਵਿੱਚ ਵੀ ਆਪਾਂ ਪਹਿਲਾਂ ਸੋਚਦੇ ਆ, ਆਪਾਂ ਜੋ ਚੀਜ਼ ਲੱਭਦੇ ਆ ਉਹ ਲੱਭ ਜਾਂਦੀ ਹੈ ਤੇ ਆਪਾਂ ਖੁਸ਼ ਹੋ ਜਾਂਦੇ ਆ। ਪੀ ਕੇ ਅੱਗੇ ਖਾਣ ਵਾਲੇ ਅਸੀਂ ਸਟਾਲ ਤੇ ਜਾਂਦੇ, ਮਤਲਬ ਅਣਗਿਣਤ ਚੀਜ਼ਾਂ ਹੁੰਦੀਆਂ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਖਾਈਏ ਕੀ ਛੱਡੀਏ ਕੀ। ਇੱਕ ਸਟਾਲ ਤੋਂ ਦੂਜੇ ਸਟਾਲ ਤੱਕ ਬੰਦੇ ਨੂੰ ਰਿਕਸ਼ਾ ਕਰਨਾ ਪੈ ਸਕਦਾ। ਹਾਂ, ਕਈਆਂ ਵਿਆਹ ਤੇ ਵੀ ਕੁਝ ਹੁੰਦਾ ਹੈ ਨਾ। ਤੇ ਉੱਥੇ ਹੀ ਨਾਲ ਹੀ ਫਿਰ ਉਸ ਤੋਂ ਬਾਅਦ ਰੋਟੀ ਦਾ ਪ੍ਰਬੰਧ ਹੁੰਦਾ ਹੈ ਨਾ। ਫਿਰ ਰੋਟੀ ਆਪਾਂ ਪਾਣੀ ਖਾਂਦੇ ਹੈਗੇ ਆ। ਫਿਰ ਬਾਅਦ ਵਿੱਚ ਜਾਂ ਤਾਂ ਉਹ ਇੰਨਾ ਮਤਲਬ ਹੋ ਜਾਂਦਾ ਹੈ ਕਿ ਸਾਨੂੰ ਇੰਟਰਨਲੀ ਇੰਨੀ ਜ਼ਿਆਦਾ ਹੋਣ ਲੱਗ ਪੈਂਦੀ, ਐਸਿਡਿਟੀ ਹੋਣ ਲੱਗ ਪੈਂਦੀ ਆ, ਫਿਰ ਡਾਕਟਰ ਲੱਭਦੇ ਆਲੇ ਦੁਆਲੇ। ਉਹ ਵੀ ਦਿਨ ਦੂਰ ਨਹੀਂ ਜਿੱਦਣ ਵਿਆਹ ਦੇ ਵਿੱਚ ਹਾਜਮੋਲਾ ਦਾ ਸਟਾਲ ਵੀ ਲੱਗੂਗਾ। ਹਾਂ, ਸਹੀ ਗੱਲ ਹੈ। ਉਹ ਦੇਣ ਲੱਗ ਪਏ ਆ, ਸੌਂਫ ਦੇਣ ਲੱਗ ਪਏ, ਨਾਲ ਦੀ ਨਾਲ ਚੂਰੰਜਾ ਹੁੰਦਾ ਉਹ ਵੀ ਦੇਣ ਲੱਗ ਪਏ, ਇਮਲੀ ਵਾਲੀਆਂ ਗੋਲੀਆਂ ਦੇਣ ਲੱਗ ਪਏ ਕਿ ਖਾਓ ਪੀਓ ਹਜਮ ਕਰੋ। ਤੇ ਦੂਜੇ ਪਾਸੇ ਉਹੀ ਜਿੱਥੇ ਗੁਰੂ ਘਰ ਦੇ ਵਿੱਚ ਲਾਵਾਂ ਲੈਣੀਆਂ, ਮਤਲਬ ਜੇ ਵਿਆਹ ਦੇਖਿਆ ਜਾਵੇ ਤਾਂ ਲਾਵਾਂ ਤੱਕ ਹੀ ਆ, ਹਨਾ, ਫੇਰਿਆਂ ਤੱਕ ਹੀ ਹੈਗਾ ਆ। ਖਾਣ ਪੀਣ ਵਾਲੇ ਤਾਂ ਸਾਡੇ ਸ਼ੋਸ਼ੇ ਆ, ਅਸੀਂ ਕਹਿ ਸਕਦੇ ਆ ਨਾ। ਤੇ ਖਾਣਾ ਜਿਹੜਾ ਅੱਜ ਕੱਲ ਖਾਣ ਵਾਸਤੇ ਨਹੀਂ, ਦਿਖਾਣ ਵਾਸਤੇ ਹੋ ਗਿਆ, ਦਿਖਾਣ ਵਾਸਤੇ ਹੋ ਗਿਆ। ਦੇਖੋ ਅਸੀਂ ਕੀ ਖਵਾ ਰਹੇ ਤੁਹਾਨੂੰ, ਖਾਂਦੇ ਘੱਟ, ਵੇਸਟ ਜ਼ਿਆਦਾ ਕਰਦੇ। ਪਲੇਟਾਂ ਵਿੱਚ ਇੰਨੀਆਂ ਭਰ ਕੇ ਅਸੀਂ ਉਹ ਨਹੀਂ ਦੇਖਦੇ, ਸੋਚਦੇ ਨਹੀਂ ਅਸੀਂ ਕਿੰਨਾ ਖਰਾਬ ਕਰ ਰਹੇ ਹਾਂ। ਮੇਰੇ ਨਾਨੀ ਜੀ ਹੁਣੀ ਕਹਿੰਦੇ ਹੁੰਦੇ ਸੀ ਕਿ ਅੰਨ ਦਾ ਸ਼ਰਾਬ ਬੜਾ ਮਾੜਾ ਹੁੰਦਾ। ਹਾਂ, ਅੰਨ ਨੂੰ ਜੇ ਤੁਸੀਂ ਉੱਦੇ ਵੇਸਟ ਕਰਦੇ ਹੋ ਨਾ, ਇਹ ਸ਼ਰਾਬ ਦਿੰਦਾ ਤੁਹਾਨੂੰ। ਤੁਹਾਡੀਆਂ ਜੱਦਾਂ ਪੁਸ਼ਤਾਂ ਜਿਹੜੀਆਂ ਹੈਗੀਆਂ ਤਰਸ ਜਾਂਦੀਆਂ ਇੱਕ ਇੱਕ ਖਾਣ ਨੂੰ, ਹਨਾ। ਤੇ ਮਤਲਬ ਉਹ ਚੀਜ਼ਾਂ ਅਸੀਂ ਅੱਜ ਕਰਦੇ ਪਏ ਆ। ਸਾਨੂੰ ਪਤਾ ਸਾਡੇ ਬਜ਼ੁਰਗਾਂ ਨੇ ਇਹ ਚੀਜ਼ਾਂ ਦਿੱਤੀਆਂ ਹੋਈਆਂ, ਪਰ ਉਤੋਂ ਅਸੀਂ ਅਗੇਂਸਟ ਜਦੋਂ ਚੱਲਦੇ ਆ ਫਿਰ ਸਾਨੂੰ ਭੁਗਤਣੇ ਤਾਂ ਪੈਂਦੇ ਹੀ ਆ ਨਤੀਜੇ, ਹਨਾ। ਹੁਣ ਇੱਕ ਪਾਸੇ ਏਦਾਂ ਦਾ ਵਿਆਹ, ਇੱਕ ਪਾਸੇ ਬੜਾ ਸਿੰਪਲ ਸਾਦਾ ਜਿਹਾ ਵਿਆਹ, ਸਾਰੇ ਰਿਸ਼ਤੇਦਾਰ ਆ ਖੁਸ਼ ਹੋਏ ਆ, ਰੋਟੀ ਪਾਣੀ ਖਾਂਦੇ ਆ, ਇੱਕ ਦੂਸਰੇ ਨੂੰ ਮਿਲਦੇ ਹੈਗੇ ਆ। ਤੇ ਉਹ ਵੀ ਵਿਆਹ ਹੋ ਗਿਆ ਤੇ ਇਹ ਵੀ ਵਿਆਹ ਹੋ ਗਿਆ, ਹੁੰਦੇ ਆ। ਇੱਥੇ ਚੜ ਗਿਆ ਕਰਜ਼ਾ ਤੇ ਇੱਥੇ ਹੈਗੀਆਂ ਖੁਸ਼ੀਆਂ ਬਸ। ਤੇ ਤੁਹਾਡੇ ਹੱਥ ਵਾਸ ਹੈ ਕਿ ਕਰਜ਼ਾ ਲੈਣਾ ਕਿ ਖੁਸ਼ੀਆਂ। ਹਾਂ, ਉਹ ਬਾਅਦ ਵਿੱਚ ਕਿਸ਼ਤਾਂ ਲਾਈ ਜਾਵੇ, ਹਨਾ। ਉਹ ਅੱਗੇ ਉਹ ਨਾਨਾ ਬਣ ਜਾਂਦਾ, ਪੜਨਾਨਾ ਵੀ ਬਣ ਜਾਂਦਾ, ਉਹ ਕਿਸ਼ਤਾਂ ਲਈ ਜਾਂਦੇ ਵਿਆਹ ਦੀਆਂ, ਕਿਸ਼ਤਾਂ ਹੀ ਲਈ ਜਾਂਦੇ ਵਿਆਹ ਦੀਆਂ। ਹਾਂ, ਇਸੇ ਤਰ੍ਹਾਂ ਹੁੰਦਾ। ਵਿਆਜ ਤੇ ਚੱਕੇ ਹੋਏ ਪੈਸੇ ਅਗਲਿਆਂ ਤਾਂ ਵਿਆਜ ਲੈਣਾ ਹੀ ਲੈਣਾ, ਹਨਾ। ਸੋ ਉਹ ਵਿਆਜ ਪਾ ਕੇ ਡਬਲ ਹੋ ਜਾਂਦੇ, ਜਿੱਥੇ ਚਿੰਤਾ ਵੀ ਹੁੰਦੀ ਹੈ, ਰੋਗ ਵੀ ਹੁੰਦੇ ਆ। ਹੁਣ ਇਹੀ ਹੈ, ਸਟ੍ਰੈਸ ਡਿਪਰੈਸ਼ਨ ਦੇ ਨਾਲ ਕਿੰਨੀਆਂ ਬਿਮਾਰੀਆਂ ਹੋ ਜਾਂਦੀਆਂ। ਰੱਬ ਨਾ ਕਰੇ ਘਰ ਦੇ ਮੋਢੀ ਨੂੰ ਕੁਝ ਹੋ ਜਾਵੇ ਤੇ ਪਿੱਛੇ ਜਿਹੜੀਆਂ ਸੁਆਣੀਆਂ ਬੈਠੀਆਂ ਹੋਈਆਂ ਜਾਂ ਕੋਈ ਇਸਤਰੀਆਂ ਬੈਠੀਆਂ ਕਿੱਦਾਂ ਕਰਜ਼ਾ ਲਾਣਗੀਆਂ, ਲਾ ਹੀ ਨਹੀਂ ਸਕਦੀਆਂ, ਹਨਾ। ਉਹ ਜੇ ਗਹਿਣੇ ਧਰੀ ਹੋਈ ਜ਼ਮੀਨ ਆ ਤਾਂ ਉਹ ਅਗਲਿਆਂ ਨੇ ਲੈ ਜਾਣੀ, ਜਿੱਥੋਂ ਅਸੀਂ ਰੋਜੀ ਰੋਟੀ ਕਮਾ ਕੇ ਖਾਣਾ ਸੀ, ਹਨਾ। ਰੋਜ਼ੀ ਰੋਟੀ ਤੋਂ ਵੀ ਲੱਗਦੇ ਆ ਆਪਾਂ। ਕਮਲ, ਬਹੁਤ ਸਾਰੇ ਮੈਂ ਪਿੱਛੇ ਜੇ ਸੁਣਨ ਨੂੰ ਮਿਲਿਆ ਹੈਗਾ, ਹਰਿਆਣੇ ਦੇ ਵਿੱਚ ਕੁਝ ਪਿੰਡਾਂ ਨੇ ਮਿਲ ਕੇ ਫੈਸਲਾ ਕੀਤਾ ਬਈ ਸਾਦੇ ਵਿਆਹ ਸਾਦੇ ਭੋਗ, ਨਾ ਚਿੰਤਾ ਨਾ ਰੋਗ। ਉਹੀ ਗੱਲ ਆ ਗਈ ਨਾ। ਸੋ ਉਹਨਾਂ ਸਾਰੇ ਸਰਪੰਚਾਂ ਨੇ ਮਿਲ ਕੇ ਇੱਕ ਮੀਟਿੰਗ ਸੱਦੀ। ਈਵਨ ਪੰਜਾਬ ਦੇ ਵਿੱਚ ਵੀ ਮੈਨੂੰ ਸੁਣਨ ਚ ਆਇਆ, ਗੁਰਦਾਸਪੁਰ ਸਾਈਡ ਦੇ ਵਿੱਚ, ਬਈ ਅਸੀਂ ਜ਼ਿਆਦਾ ਖਰਚਾ ਨਹੀਂ ਕਰਨਾ ਵਿਆਹ ਦੇ ਵਿੱਚ, ਸਾਦਾ ਰੱਖਣਾ ਵਿਆਹ, ਔਰ ਰਿਸ਼ਤੇਦਾਰਾਂ ਨੂੰ ਹੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਜਾਏਗਾ ਬਸ, ਬਾਕੀ ਜ਼ਿਆਦਾ ਰਸ਼ ਨਹੀਂ ਕਰਨਾ। ਇਹ ਵੀ ਅੱਜ ਕੱਲ੍ਹ ਕਾਰਡ 'ਤੇ ਲਿਖ ਦਿੱਤਾ ਹੈਗਾ ਕਿ ਸਿੱਧਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਲਿਖਿਆ ਹੁੰਦਾ ਹੈ ਕਿ ਜ਼ਰੂਰੀ ਨੋਟ ਲਿਖਿਆ ਹੁੰਦਾ ਹੈ ਕਿ ਕੋਈ ਕੱਪੜੇ ਦਾ ਲੈਣ ਦੇਣ ਨਹੀਂ ਕੀਤਾ ਜਾਏਗਾ, ਸਿਰਫ ਤੁਹਾਡਾ ਆਸ਼ੀਰਵਾਦ ਹੀ ਚਾਹੀਦਾ ਸਾਡੇ ਬੱਚਿਆਂ ਨੂੰ। ਮਤਲਬ ਕਿੰਨੀ ਅੱਛੀ ਗੱਲ ਹੈ। ਉਹ ਕੱਪੜਿਆਂ ਦਾ ਲੈਣ ਦੇਣ, ਉਹ ਜਿਹੜਾ ਇੰਨਾ ਅਸੀਂ ਸ਼ੋਅ ਆਫ ਕਰਨਾ, 5 ਸੂਟ ਲੈ ਕੇ ਗਏ, 10 ਸੂਟ ਲੈ ਕੇ ਗਏ, ਆਹ ਟੌਂਬ ਪਾਈ, ਆਹ ਭਾਂਡੇ ਟੀਂਡੇ ਲੈ ਕੇ ਗਏ। ਬੰਦਾ ਇਹਨੂੰ ਹੀ ਸ਼ੋਅ ਆਫ ਕਰਦਾ ਮੈਨੂੰ ਤਾਂ ਲੱਗਦਾ ਪਤਾ ਨਹੀਂ ਕਿੱਥੇ ਜਾਂਦਾ। ਕਮਲ, ਮੈਨੂੰ ਸ਼ੋਅ ਆਫ ਤੋਂ ਨਾ ਇੱਕ ਛੋਟੀ ਜਿਹੀ ਗੱਲ ਯਾਦ ਆਈ। ਮੇਰੇ ਇੱਕ ਦੋਸਤ ਨੇ ਨਾ ਨਵੀਂ ਗੱਡੀ ਲਿੱਤੀ ਤੇ ਉਹ ਦੇਸੀ ਘਿਓ ਦੇ ਲੱਡੂ ਲੈ ਗਿਆ ਘਰ। ਤੇ ਗਲੀ ਵਾਲੇ ਨੂੰ ਪਤਾ ਲੱਗ ਗਿਆ ਵੀ ਗੱਡੀ ਲਿੱਤੀ ਹੈ, ਤੇ ਉਹ ਕਹਿੰਦੇ ਵੀ ਸਾਨੂੰ ਵੀ ਲੱਡੂ ਖਵਾ, ਕਿ ਉਹੀ ਖਵਾ ਜਿਹੜੇ ਤੂੰ ਘਰ ਖਾਦੇ। ਉਹ ਡੱਬਾ ਫੇਰ ਲੈ ਕੇ ਆਇਆ ਦੇਸੀ ਘਿਓ ਦਾ, ਉਹੀ ਲੱਡੂ ਉਹਨੇ ਗਲੀ 'ਚ ਵੰਡੇ। ਹਾਂਜੀ। ਔਰ ਉਸ ਤੋਂ ਬਾਅਦ ਦਫ਼ਤਰ 'ਚ ਪਤਾ ਲੱਗ ਗਿਆ ਉਹਦੇ, ਵੀ ਦਫ਼ਤਰ ਵਾਲੇ ਕਹਿੰਦੇ ਵੀ ਯਾਰ ਜਿਹੜੇ ਲੱਡੂ ਤੂੰ ਗਲੀ 'ਚ ਵੰਡੇ ਆ, ਘਰ ਵੰਡੇ, ਉਹ ਸਾਨੂੰ ਵੀ ਖਵਾ। ਉਹੀ ਦੇਸੀ ਘਿਓ ਦੇ ਲੱਡੂ ਨਵੇਂ ਲਿਆ ਕੇ ਉਹਨੇ ਦਫ਼ਤਰ ਵੰਡੇ। ਹਾਂਜੀ। ਰਿਸ਼ਤੇਦਾਰਾਂ ਨੂੰ ਫੇਸਬੁੱਕ ਤੋਂ ਪਤਾ ਲੱਗ ਗਿਆ ਵੀ ਇਹਨੇ ਨਵੀਂ ਗੱਡੀ ਲਿੱਤੀ, ਤੇ ਰਿਸ਼ਤੇਦਾਰਾਂ ਦੇ ਫੋਨ ਆਣ, ਕਹਿੰਦੇ ਸਾਨੂੰ ਡੱਬਾ ਦੇ ਕੇ ਜਾ, ਸਾਡਾ ਮੂੰਹ ਮਿੱਠਾ ਕਰਾ। ਉਹਨੇ ਡੱਬੇ ਚੱਕੇ ਜੀ ਦੇਸੀ ਘਿਓ ਦੇ, ਤੇ ਕੱਲੇ ਰਿਸ਼ਤੇਦਾਰ ਦੇ ਘਰ ਵੰਡਣ ਚਲਾ ਗਿਆ। ਫਿਰ ਉਹ ਘਰ ਸੁੱਤਾ ਪਏ, ਦਰਵਾਜ਼ਾ ਖਟਖਟਾਇਆ ਕਿਸੇ ਨੇ, ਦਰਵਾਜ਼ਾ ਖੋਲਿਆ ਉਹਨੇ, ਉਹ ਹਲਵਾਈ ਖੜਾ ਡੱਬਾ ਲੈ ਕੇ, ਕਹਿੰਦਾ ਨਹੀਂ ਭਰਾਵਾ, ਮੈਂ ਤਾਂ ਹੁਣ ਵੰਡ ਤੇ ਮੈਂ ਦੇਣਾ ਥੋੜੀ ਕਿਸੇ ਨੂੰ, ਹੁਣ ਨਹੀਂ ਦੇਣਾ ਮੈਂ। ਕਹਿੰਦਾ ਨਹੀਂ। ਹਲਵਾਈ ਕਹਿੰਦਾ ਇਹ ਦੇਸੀ ਘਿਓ ਦਾ ਲੱਡੂ ਮੇਰੇ ਵੱਲੋਂ ਤੁਹਾਨੂੰ ਹੈ। ਕਹਿੰਦਾ ਉਹ ਕਾਹਦਾ? ਕਹਿੰਦਾ ਤੁਹਾਡੇ ਲੱਡੂ ਵੇਚ ਕੇ ਮੈਂ ਗੱਡੀ ਲੈ ਲਈ। ਯਾਨੀ ਕਿ ਸ਼ੋਅ ਆਫ ਬਹੁਤ ਹੈ।
ਹੈਨਾ। ਸਹੀ ਗੱਲ ਹੈ, ਬਿਲਕੁਲ ਸਹੀ ਕਿਹਾ। ਅਸੀਂ ਨਾ ਲੋਕ ਜ਼ਿਆਦਾ ਲੋਕ ਦਿਖਾਵੇ ਦੇ ਵਿੱਚ ਫਸੇ ਹੋਏ ਬਹੁਤ ਜ਼ਿਆਦਾ। ਅਸੀਂ ਕਹਿੰਦੇ ਕਿ ਸਾਡੀ ਬੱਲੇ ਬੱਲੇ ਹੋਵੇ, ਪੈਦਾ ਹੋਵੇ, ਬਸ ਸਾਡੀ ਉਹ ਗਾਣੇ ਵੀ ਇਦਾਂ ਦੇ ਆਉਂਦੇ ਨਾ, ਹਾਂ ਕੋਈ ਰੀਸ ਹੀ ਨਹੀਂ ਕਰ ਸਕਦਾ। ਉਹ ਗਾਣੇ ਵੀ ਕਈ ਇਦਾਂ ਦੇ ਆਉਂਦੇ ਪੰਜਾਬੀ, ਹਨਾ, ਹਾਂ ਬਿਲਕੁਲ ਮਿੱਤਰਾਂ ਦੀ ਹੋ ਗਈ ਬੱਲੇ ਬੱਲੇ, ਹਨਾ, ਪਿੰਡ 'ਚ ਬੱਲੇ ਬੱਲੇ ਕਰਾਣੀ ਹੁੰਦੀ ਆ, ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਇਹ ਸਭ ਚੀਜ਼ਾਂ ਮਤਲਬ ਅੱਜ ਕਿਤੇ ਨਾ ਕਿਤੇ ਅਸੀਂ ਉਹ ਆਪਣੇ ਸਾਦੇਪਨ ਨੂੰ ਮਾਰੀ ਜਾਂਦੇ ਪਏ ਆ, ਹਨਾ। ਉਹ ਰੁਲ ਰਿਹਾ ਆ, ਉਹ ਸਹਿਕਦਾ ਪਿਆ ਆ, ਉਹ ਕਹਿ ਰਿਹਾ ਆ ਸਾਦਾਪਨ ਸਾਡਾ ਕਿ ਮੈਨੂੰ ਬਚਾ ਲਓ ਬਚਾ ਲਓ। ਸਿਰਫ ਵਿਆਹਾਂ ਦੇ ਵਿੱਚ ਹੀ ਨਹੀਂ, ਬੰਦੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਸਾਦਗੀ ਗਾਇਬ ਹੁੰਦੀ ਜਾ ਰਹੀ ਹੈ। ਹੁਣ ਕੱਪੜਿਆਂ ਦੀ ਗੱਲ ਕਰੀਏ, ਡਿਫਰੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਐਸੈਸਰੀਜ਼ ਆ ਗਈਆਂ। ਹੁਣ ਜੈਂਟਸ ਹੋ ਗਏ, ਲੇਡੀਜ਼, ਹਨਾ। ਬੰਦਾ ਚਾਹੁੰਦਾ ਵੀ ਭੀੜ ਵਿੱਚੋਂ ਕੁਝ ਅਲੱਗ ਦਿਖਾਂ, ਹਨਾ, ਐਕਸਟਰਾ ਆਰਡੀਨਰੀ ਦਿਖਾਂ, ਯਾਨੀ ਕਿ ਆਪਣੇ ਬਾਲ ਹੀ ਕਈ ਹਰੇ ਕਰਾਈ ਜਾਂਦੇ ਆ, ਹਨਾ। ਔਰ ਨਵੇਂ ਤਰ੍ਹਾਂ ਦੇ ਗੈਜਟਸ, ਤਰ੍ਹਾਂ ਦੀਆਂ ਐਸੈਸਰੀਜ਼ ਬੰਦਾ ਅਡਾਪਟ ਕਰਦਾ ਜਾ ਰਿਹਾ। ਉਹਦਾ ਰੀਜ਼ਨ ਇਹੀ ਹੈ ਬਈ ਮੈਂ ਥੋੜਾ ਜਿਹਾ ਹਟ ਕੇ ਦਿਖਾਂ, ਸਾਦਗੀ ਨੂੰ ਮੈਂ ਸਾਈਡ ਤੇ ਰੱਖਾਂ ਤੇ ਥੋੜਾ ਜਿਹਾ ਐਕਸਟਰਾ ਆਰਡੀਨਰੀ ਮੇਰੇ ਵਿੱਚ ਆਵੇ, ਹਨਾ। ਹਾਂ ਬਿਲਕੁਲ ਬਿਲਕੁਲ। ਸਾਡੇ ਕੱਪੜੇ ਪਾਉਣ ਦੇ ਢੰਗ ਰੰਗ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਅਸੀਂ ਅੱਜ ਲੋਕਾਂ ਦੇ ਕਰਕੇ ਪਾਉਣਾ ਸ਼ੁਰੂ ਕਰ ਦਿੰਦੇ ਹਾਂ, ਹਨਾ। ਆਪਾਂ ਕਹਿੰਦੇ ਹੁੰਦੇ ਸੀ ਕਿ ਅਸੀਂ ਇਸ ਚੀਜ਼ ਨੂੰ ਬੜਾ ਮੰਨਦੇ ਹੁੰਦੇ ਸੀ ਕਿ ਆਪਾਂ ਕਹਿਣਾ ਕਿ ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ, ਹਨਾ। ਤੇ ਚਲੋ ਠੀਕ ਆ, ਅਸੀਂ ਆਪਣਾ ਖਾਂਦੇ ਪੀਂਦੇ ਆਪਣੇ ਮਨ ਦਾ। ਮੈਨੂੰ ਲੱਗਦਾ ਅੱਜ ਕੱਲ੍ਹ ਅਸੀਂ ਖਾਣਾ ਪੀਣਾ ਵੀ ਲੋਕਾਂ ਦੇ ਵਾਂਗੂ ਦੇਖ ਕੇ ਆਪਣਾ ਬਦਲਿਆ, ਮਨ ਭਾਉਂਦਾ ਨਹੀਂ ਖਾਂਦੇ ਅਸੀਂ, ਬਿਲਕੁਲ ਨਹੀਂ। ਲੋਕ ਜੋ ਕਰਦੇ ਨੇ ਉਹ ਕਰਦੇ ਨੇ। ਹੁਣ ਆਪਾਂ ਕਿਤੇ ਬੈਠੇ ਹੋਏ ਆ 4 ਬੰਦਿਆਂ ਦੇ ਵਿੱਚ, ਹਨਾ, ਸਾਰੇ ਬੰਦਿਆਂ ਨੇ ਮਤਲਬ ਅੱਛਾ ਇੱਕ ਸੌਫਟ ਡਰਿੰਕ ਲਿੱਤਾ, ਹਨਾ। ਆਪਾਂ ਕਹਿ ਰਹੇ ਹਾਂ ਕਿ ਨਹੀਂ ਸਾਡਾ ਪੀਣ ਨੂੰ ਦਿਲ ਨਹੀਂ ਕਰਦਾ, ਸਾਨੂੰ ਇਹਦੇ ਨਾਲ ਪ੍ਰੋਬਲਮ ਹੁੰਦੀ ਆ, ਹਨਾ, ਇੰਟਰਨਲੀ। ਤੇ ਉਹ 3 ਜਾਣੇ ਲੈ ਰਹੇ ਆ, ਚੌਥਾ ਅਸੀਂ ਆ, ਆਪਾਂ ਤਾਂ ਫਸ ਗਏ ਵਿੱਚ। ਆਪਾਂ ਮਨ ਭਾਉਂਦਾ ਤਾਂ ਪੀਤਾ ਹੀ ਨਹੀਂ, ਆਪਾਂ ਉਹਨਾਂ ਦੇ ਅਕੋਰਡਿੰਗਲੀ ਪੀ ਲਿਆ, ਭਾਵੇਂ ਘਰ ਜਾ ਕੇ ਸਾਨੂੰ ਪਤਾ ਨਹੀਂ ਕੀ ਕੁਝ ਹੋਵੇ, ਹਨਾ, ਭਾਵੇਂ ਡਾਕਟਰ ਦੇ ਸਾਨੂੰ ਜਾਣਾ ਪਵੇ, ਪਰ ਫਿਰ ਵੀ ਅਸੀਂ ਉਹ ਚੀਜ਼ਾਂ ਕਰਦੇ ਹੈਗੇ ਆ। ਤੇ ਪਹਿਨੀਏ ਜੱਗ ਪਾਉਂਦਾ ਉਹ ਤਾਂ ਅਸੀਂ ਅੱਜ ਕੱਲ੍ਹ ਕਰ ਹੀ ਰਹੇ ਹਾਂ। ਅਸੀਂ ਸਿਰਫ ਲੋਕਾਂ ਨੂੰ ਦਿਖਾਵਾ ਕਰਨ ਦੇ, ਅਸੀਂ ਇਹ ਨਹੀਂ ਦੇਖਦੇ। ਔਰ ਕਈ ਵਾਰ ਵਿਕਾਸ ਜੀ, ਕਈ ਵਾਰ ਇਦਾਂ ਵੀ ਹੁੰਦਾ ਕਿ ਅਸੀਂ ਉਹ ਵਾਲੇ ਕੱਪੜੇ ਪਾ ਲੈਂਦੇ ਜਿਹੜੀ ਸਾਡੀ ਬਾਡੀ ਨੂੰ ਸੂਟ ਨਹੀਂ ਕਰਦੇ, ਉਹ ਬੜੇ ਅਜੀਬ ਲੱਗਦੇ ਹੋ ਤੁਸੀਂ, ਅਜੀਬ ਲੱਗਦੇ ਹੋ, ਹਾਂ। ਔਰ ਇੱਕ ਕਾਮੇਡੀ ਦਾ ਪਾਤਰ ਬਣ ਜਾਂਦੇ ਹੋ ਤੁਸੀਂ, ਲੋਕੀ ਗੱਲਾਂ ਕਰਦੇ ਆ, ਮਜ਼ਾਕ ਕਰਦੇ ਆ, ਹਨਾ, ਹੱਸਦੇ ਨੇ। ਸੋ ਤੁਹਾਡੀ ਸਰੀਰ ਦੀ ਬਣਾਵਟ ਦੇ ਹਿਸਾਬ ਨਾਲ ਜੇ ਤੁਸੀਂ ਉਹ ਡਰੈਸ ਪਾਓਗੇ ਤੇ ਉਹ ਮਚ ਬੈਟਰ ਹੈ। ਹਾਂਜੀ ਬਿਲਕੁਲ ਬਿਲਕੁਲ ਜੀ। ਕਈ ਵਾਰ ਇਦਾਂ ਵੀ ਹੁੰਦਾ। ਮੈਂ ਰੀਸੈਂਟਲੀ ਹੁਣੇ ਦਰਬਾਰ ਸਾਹਿਬ ਜਾ ਕੇ ਆਈ ਸੀਗੀ ਤੇ ਉੱਥੇ ਮਤਲਬ ਆਪਾਂ ਠੀਕ ਆ, ਜਦੋਂ ਆਪਾਂ ਕਿਸੇ ਗੁਰੂ ਘਰ ਜਾਂਦੇ ਆ ਆਪਾਂ ਕਹਿੰਦੇ ਨਾ ਕੱਪੜੇ ਸੋਹਣੇ ਕੱਪੜੇ ਪਾ ਕੇ ਜਾਈਏ। ਤੇ ਇੱਕ ਮਤਲਬ ਲੇਡੀ ਸੀ, ਉਹਦਾ ਛੋਟਾ ਬੇਬੀ ਸੀ, ਨਿਊ ਬੋਰਨ ਹੀ ਸੀ, ਆਈ ਥਿੰਕ ਮਹੀਨੇ ਸਵਾ ਮਹੀਨੇ ਦਾ ਹੋਇਆ ਹੋਏਗਾ, ਹਨਾ। ਆਪਾਂ ਮੱਥਾ ਟਿਕਾਣ ਜਾਂਦੇ, ਘਰ ਦੀ ਹੁੰਦੀ ਹੈਗੀ ਆ ਇੱਛਾ, ਹਨਾ। ਤੇ ਉਹ ਲੇਡੀ ਨੇ, ਗਰਮੀ ਇੰਨੀ ਜ਼ਿਆਦਾ, ਦੇਖੋ ਹੁਣ ਕਿੰਨੀ ਗਰਮੀ ਸੀਗੀ ਆਪਣੇ ਪਿੱਛੇ ਜਿਹੇ ਹਫਤੇ ਦੇ ਵਿੱਚ, ਹਨਾ। ਤੇ ਉਹ ਲੇਡੀ ਨੇ ਮਤਲਬ ਸੂਟ ਪਾਇਆ ਹੋਇਆ, ਕਾਫੀ ਹੈਵੀ ਕਢਾਈ ਵਾਲਾ ਸੂਟ ਪਾਇਆ ਹੋਇਆ, ਔਰ ਜਿਹੜੇ ਹੈਗੇ ਆ ਅੱਜ ਕੱਲ ਪਲਾਜ਼ੋ ਚੱਲਦੇ ਪਏ ਹੈਗੇ ਆ, ਉਹ ਪਾਏ ਹੋਏ, ਹਨਾ। ਮੈਨੂੰ ਤਾਂ ਇਹਦੀ ਨੌਲੇਜ ਨਹੀਂ ਹੈਗੀ, ਦਰਸ਼ਕਾਂ ਨੂੰ ਪਤਾ ਲੱਗ ਗਿਆ। ਉਹ ਖੁੱਲੇ ਵਾਲੇ, ਹਾਂ ਪਲਾਜ਼ੋ, ਹਨਾ, ਉਹ ਪਾਇਆ ਹੋਇਆ ਸੀ। ਦੈਨ ਫਿਰ ਨਾ ਉਹਨੇ ਹੀਲ ਪਾਈ ਹੋਈ, ਨਾਲ ਬੱਚਾ ਕੈਰੀ ਕੀਤਾ ਹੋਇਆ, ਬਾਲ ਖੁੱਲੇ ਛੱਡੇ ਹੋਏ, ਹਨਾ, ਮਤਲਬ ਇੰਨੀ ਗਰਮੀ ਦੇ ਵਿੱਚ, ਹਨਾ। ਤੇ ਉਹਨੇ ਨਾ ਚੁੰਨੀ ਜਿਹੜੀ ਲਈ ਹੋਈ ਸੀ, ਗੋਟੇ ਵਾਲੀ ਚੁੰਨੀ ਲਈ ਹੋਈ ਸੀ। ਔਰ ਤੁਸੀਂ ਸੱਚ ਮੰਨੋ, ਬੱਚਾ ਇੰਨਾ ਰੋ ਰਿਹਾ ਸੀ ਨਾ, ਮਤਲਬ ਮੇਰੇ ਕੋਲ ਸੱਚੀ ਇਹ ਮੇਰੀ ਕਮੀ ਆ ਕਿ ਮੈਂ ਬੱਚਾ ਰੋਂਦਾ ਕਿਸੇ ਦਾ ਸੁਣ ਨਹੀਂ ਸਕਦੀ। ਮੈਨੂੰ ਮਤਲਬ ਇੰਟਰਨਲੀ ਹੋਣ ਲੱਗ ਪੈਂਦਾ ਕਿ ਕਿਉਂ ਰੋ ਰਿਹਾ, ਉਹਨੂੰ ਕੁਝ ਹੁੰਦਾ ਹੋਏਗਾ, ਕਿਉਂਕਿ ਉਹ ਬੋਲ ਕੇ ਤਾਂ ਦੱਸ ਨਹੀਂ ਸਕਦਾ, ਤੁਸੀਂ ਕਿਉਂ ਨਹੀਂ ਉਹਨੂੰ ਚੁੱਪ ਕਰਾਉਂਦੇ। ਤੇ ਮੈਂ ਤੋਂ ਰਿਹਾ ਨਹੀਂ ਗਿਆ, ਮੈਂ ਉਹਨਾਂ ਨੂੰ ਕਹਿ ਹੀ ਦਿੱਤਾ, ਮੈਂ ਕਿ ਐਕਸਕਿਊਜ਼ ਮੀ ਮੈਮ, ਮਤਲਬ ਤੁਹਾਡਾ ਬੇਬੀ ਬਹੁਤ ਰੋ ਰਿਹਾ, ਕੀ ਗੱਲ ਹੋ ਗਈ ਇਹਨੂੰ, ਹਨਾ, ਮੈਂ ਫੜਾ ਜੇ ਤੁਹਾਡੇ ਤੋਂ ਫੜਿਆ ਨਹੀਂ ਜਾਂਦਾ। ਮਤਲਬ ਉਹ ਬਾਰ-ਬਾਰ ਇੱਦਾਂ ਕਰ ਰਹੀ ਸੀ, ਕਦੀ ਇੱਦਾਂ ਕਰ ਰਹੀ ਸੀ, ਕਦੀ ਇੱਦਾਂ ਕਰ ਰਹੀ ਸੀ। ਉਹ ਆਪਣੇ ਵੱਲੋਂ ਤਾਂ ਚੁੱਪ ਕਰਾ ਰਹੀ ਹੋਗੀ, ਬਟ ਉਹਦੇ ਕੋਲ ਨਹੀਂ ਹੋ ਰਿਹਾ ਸੀ। ਕਿਉਂ ਨਹੀਂ ਹੋ ਰਿਹਾ ਸੀ? ਕਾਰਨ ਇਹੀ ਸੀਗਾ, ਮੰਮਾ ਨੇ ਦੇਖਿਆ, ਮੈਂ ਕਿਹਾ ਮੰਮਾ ਕਿਉਂ ਨਹੀਂ ਚੁੱਪ ਹੋ ਰਿਹਾ? ਗੋਟਾ ਜਿਹੜਾ ਸੀਗਾ ਲੱਗਾ ਹੋਇਆ ਬੱਚੇ ਤੇ ਚੁੱਭ ਰਿਹਾ ਸੀ, ਹੁਣ ਐਮਬਰਾਇਡਰੀ ਜਿਹੜੀ ਸੀਗੀ ਉਹ ਚੁੱਭ ਰਹੀ ਸੀ, ਹਨਾ। ਤੇ ਉਹ ਲੇਡੀ ਤੋਂ ਆਪਣਾ ਆਪ ਨਹੀਂ ਸੰਭਾਲਿਆ ਜਾਂਦਾ ਸੀ। ਹੁਣ ਤੁਸੀਂ ਕਿਤੇ ਬਾਹਰ ਚੱਲੇ ਹੋ, ਟਰੈਵਲਿੰਗ ਕਰਦੇ ਪਏ ਹੋ, ਗਰਮੀ ਇੰਨੀ ਹੈ, ਤੁਹਾਡੇ ਨਾਲ ਬੱਚੇ ਤੁਹਾਡੇ ਹੈਗੇ ਆ, ਤੁਸੀਂ ਸ਼ੋਅ ਆਫ ਲਈ ਕਰ ਰਹੇ ਹੋ ਸਿਰਫ ਇੱਕ ਕਿ ਮੈਂ ਸੂਟ ਵਧੀਆ ਪਾਇਆ, ਕੱਪੜੇ ਅੱਛੇ ਪਾਏ, ਸਾਰਿਆਂ ਦੀ ਨਜ਼ਰ, ਅਟਰੈਕਸ਼ਨ ਦਾ ਪੁਆਇੰਟ ਮੈਂ ਹੀ ਹੋਵਾਂ, ਹਨਾ। ਸੋ ਇਹ ਚੀਜ਼ ਨੂੰ ਅਸੀਂ ਸਿਰਫ ਦੇਖਦੇ ਹਾਂ, ਅਸੀਂ ਇਹ ਨਹੀਂ ਦੇਖਦੇ ਸਾਡਾ ਕੰਫਰਟੇਬਲ ਕੀ ਹੈਗਾ ਆ, ਹਨਾ। ਸਾਡੇ ਕੰਫਰਟ ਦੇ ਅਕੋਰਡਿੰਗਲੀ ਸਾਡੇ ਉਹ ਕੱਪੜੇ ਹੈ, ਸਾਡਾ ਬੱਚਾ ਨਾ ਰੋਵੇ ਜਾਂ ਕੁਛ ਏਦਾਂ ਦਾ। ਹਾਏ ਰੱਬਾ, ਫਿਰ ਉਹ ਦੇਖ ਕੇ ਮਤਲਬ ਸੱਚੀ ਆਇਆ। ਫਿਰ ਮੈਂ ਮੰਮਾ ਮੈਨੂੰ ਫਿਰ ਬੋਲਣ ਲੱਗ ਪਏ, ਕਹਿੰਦੇ ਅਗਲੇ ਨੇ ਕਹਿਣਾ ਤੂੰ ਕੌਣ ਹੁੰਦੀ ਏਦਾਂ ਐਵੇਂ ਬੋਲਣ ਵਾਲੀ, ਆਹੀ ਹੈ ਨਾ ਗੱਲ, ਆਹੀ ਚੀਜ਼। ਤੇ ਫਿਰ ਮੈਂ ਕਿਹਾ, ਫਿਰ ਉਹਨੂੰ ਲੱਗਾ ਗੁੱਸਾ, ਲੇਡੀ ਨੂੰ ਲੱਗਾ ਗੁੱਸਾ। ਫਿਰ ਮੈਂ ਕਿਹਾ ਕਿ ਸੌਰੀ ਟੂ ਸੇ, ਮਤਲਬ ਮੈਂ ਤੁਹਾਨੂੰ ਕਹਿ ਰਹੀ ਹਾਂ, ਮੇਰੇ ਕੋਲ ਮੇਰੀ ਇਹ ਕਮੀ ਆ, ਮੈਂ ਬੱਚਾ ਰੋਂਦਾ ਨਹੀਂ ਸੁਣ ਸਕਦੀ। ਫਿਰ ਉਹਨੇ ਸ਼ਾਇਦ ਕਿਸੇ ਨੂੰ ਕਾਲ ਕੀਤੀ, ਆਪਣੇ ਹਸਬੈਂਡ ਨੂੰ ਬੁਲਾਇਆ, ਪਤਾ ਨਹੀਂ ਕਿਤੇ ਗਏ ਹੋਗੇ, ਕਿਤੇ ਆਲੇ ਦੁਆਲੇ ਦੁਕਾਨ ਦੇ ਵਿੱਚ। ਫਿਰ ਉਹ ਆਏ, ਉਹਨਾਂ ਚੁੱਪ ਕਰਾਇਆ, ਫਿਰ ਉਹਨੇ ਸ਼ਾਇਦ ਚੁੰਨੀ ਵਗੈਰਾ ਚੇਂਜ ਕੀਤੀ, ਫਿਰ ਉਹ ਬੱਚੇ ਨੂੰ ਲੈ ਕੇ ਚੁੱਪ ਹੋਇਆ। ਫਿਰ ਤੁਸੀਂ
ਖੁਦ ਸੋਚ ਲਓ ਹਨਾ, ਉਹ ਤਾਂ ਸੌਫਟ ਹੈ ਬੱਚਾ ਨਾ ਬੜਾ, ਉਹ ਤਾਂ ਉਹਨੂੰ ਕੀ ਪਤਾ ਨਾ ਕਿ ਤੁਸੀਂ ਜਿਹੜੀਆਂ ਚੁੱਭਵੀਆਂ ਚੀਜ਼ਾਂ ਪਾਈਆਂ ਹੋਈਆਂ, ਤੁਸੀਂ ਤਾਂ ਲੋਕ ਵਿਖਾਵੇ ਲਈ ਪਾਈਆਂ ਹੋਈਆਂ, ਬਿਲਕੁਲ, ਪਰ ਬੱਚੇ ਲਈ ਤਾਂ ਉਹ ਕਿੰਨੀ ਪਰੇਸ਼ਾਨੀ ਵਾਲੀ ਗੱਲ ਕਮਲ। ਗੱਲ ਉਹੀ ਹੈ ਨਾ ਬਈ, ਜੇ ਕੋਈ ਲੋਕ ਦਿਖਾਵਾ ਕਰਦਾ, ਜਿਹੜਾ ਕੋਈ ਸ਼ੋਅ ਆਫ ਕਰਦਾ ਸਾਦਗੀ ਤੋਂ ਥੋੜਾ ਜਿਹਾ ਹਟ ਕੇ ਸਪੈਸ਼ਲ ਅਟਰੈਕਸ਼ਨ ਬਣਨ ਦਾ ਆਪਣੇ ਆਪ ਨੂੰ, ਆਪਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਗੇ ਉਹਦਾ ਜਵਾਬ ਇਹੀ ਹੁੰਦਾ, ਮੇਰੇ ਪੈਸੇ ਤੈਨੂੰ ਕੀ, ਹਨਾ, ਤੂੰ ਕੌਣ ਹੋਣਾ ਬੋਲਣ ਵਾਲਾ, ਤੂੰ ਕੀ ਲੈਣਾ, ਹਨਾ। ਬਹੁਤ ਸਾਰੀਆਂ ਮੈਂ ਵੀ ਇੰਟਰਫੇਅਰ ਕੀਤਾ ਤੋ ਮੈਨੂੰ ਅੱਗਿਓਂ ਇਦਾਂ ਦੀਆਂ ਗੱਲਾਂ ਹੀ ਸੁਣਨ ਨੂੰ ਮਿਲੀਆਂ ਬਈ ਮੇਰੇ ਪੈਸੇ ਤੈਨੂੰ ਕੀ, ਇਹ ਮੇਰੀ ਲਾਈਫ ਹੈ ਤੈਨੂੰ ਕੀ, ਹਨਾ। ਸੋ ਇਸ ਕਰਕੇ ਅਸੀਂ ਇੱਕ ਚੁੱਪ 100 ਸੁੱਖ। ਹਾਂ ਸਹੀ ਗੱਲ ਹੈ, ਹਾਂ ਫਿਰ ਉਹੀ ਚੀਜ਼। ਪਰ ਫਿਰ ਵੀ ਨਾ ਇਹ ਹੋਣ ਲੱਗ ਪੈਂਦਾ ਕਿ ਜੇ ਅਸੀਂ ਨਾ ਰੋਕ ਸਕੀਏ, ਅਸੀਂ ਅੱਖ ਬੰਦ ਕਰਕੇ ਦੇਖੀ ਜਾਈਏ, ਜਿੱਦਾਂ ਕਹਿੰਦੇ ਨਾ ਕਿ ਜਦੋਂ ਕਬੂਤਰ ਦੀ ਮੌਤ ਹੁੰਦੀ ਹੈ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ, ਸਾਡਾ ਫਿਰ ਹਿਸਾਬ ਉਹੀ ਹੋ ਜਾਣਾ। ਬਿਲਕੁਲ, ਇੱਕ ਜਾਂਦਾ, ਦੂਸਰਾ ਜਾਂਦਾ, ਤੀਸਰਾ ਖਰਾਬ ਹੁੰਦਾ, ਚੌਥਾ ਖਰਾਬ ਹੁੰਦਾ, ਉਹ ਖਰਾਬ ਹੋ ਹੀ ਜਾਣੀ ਸਾਡੀ ਸੁਸਾਇਟੀ। ਫਿਰ ਤਾਂ ਕੋਈ ਵੀ ਨਹੀਂ ਖੜ ਰਿਹਾ, ਫਿਰ ਸਾਡੀ ਸਮਝਦਾਰੀ ਕਿੱਥੇ ਗਈ, ਇਸ ਤਾਂ ਕੂਚ ਪਾ ਦਿੱਤੀ ਹੈ ਨਾ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ, ਬੀਇੰਗ ਅ ਗੁੱਡ ਸਿਟੀਜ਼ਨ ਸਾਡਾ ਸਮਝਾਉਣਾ ਹੱਕ ਫਰਜ਼ ਹੈ। ਅਗਲਾ ਸਮਝੇ ਨਾ ਸਮਝੇ, ਅਗਲੇ ਦੀ ਮਰਜ਼ੀ ਹੈ, ਅਗਲੇ ਦੀ ਮਰਜ਼ੀ ਹੈ। ਹਾਂ ਚਲੋ ਆਪਾਂ ਮਾੜੀ ਮੋਟੀ ਮਰਜ਼ੀ ਕਰ ਲਈਏ, ਫਿਰ ਬ੍ਰੇਕ ਲਈਏ, ਕੱਪ ਆਫ ਟੀ ਹੋ ਜਾਵੇ ਨਾ, ਹੋ ਜਾਵੇ ਜੀ, ਹੋ ਜਾਵੇ। ਠੀਕ ਹੈ ਜੀ, ਮੁੜ ਤੋਂ ਫਿਰ ਤੋਂ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ। ਫਿਲਹਾਲ ਬ੍ਰੇਕ ਦੇ ਲਈ ਰੁਕਦੇ ਹਾਂ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਜੀ ਮੁੜ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ। ਤੁਸੀਂ ਵੇਖ ਰਹੇ ਹੋ ਖਰੀਆਂ ਖੋਟੀਆਂ, ਕਮਲਪ੍ਰੀਤ ਤੇ ਵਿਕਾਸ ਮੋਂਗਿਆ ਦੇ ਨਾਲ, ਤੇ ਅਸੀਂ ਗੱਲਾਂ ਕਰ ਰਹੇ ਹਾਂ ਸਾਦੇਪਨ ਦੀਆਂ। ਜੀ ਗੱਲਾਂ ਹੋਈਆਂ ਸੀ ਥੋੜੀਆਂ ਚੁੱਭਵੀਆਂ ਜਿਹੀਆਂ। ਚੁੱਭਵੀਆਂ, ਮੈਨੂੰ ਸ਼ਰਟ ਵੀ ਚੁੱਭਣ ਲੱਗ ਪਈ ਹੁਣ। ਹਾਏ ਅੱਛਾ, ਵੈਸੇ ਮੈਂ ਸੱਚੀ ਖੋਟੀਆਂ ਹੀ ਗੱਲਾਂ ਸੀ, ਉਹ ਖੋਟੀਆਂ ਹੀ ਗੱਲਾਂ ਸੀ। ਕਰ ਲਈਏ ਖਰੀਆਂ ਹੁਣ, ਕਰ ਲਓ। ਵੈਸੇ ਮੈਂ ਇੱਕ ਨਤੀਜਾ ਕੱਢਿਆ ਪਿਛਲੇ 1.5-2 ਸਾਲਾਂ ਦੇ ਵਿੱਚ, ਜੋ ਲਾਕਡਾਊਨ ਵਾਲਾ ਮਾਹੌਲ ਰਿਹਾ ਨਾ, ਮੈਂ ਇੱਕ ਲਾਈਨ ਸੋਚ ਲਈ ਕਿ ਬਈ ਲਾਈਫ ਜਿਹੜੀ ਹੈ ਨਾ, ਜ਼ਿੰਦਗੀ ਬਹੁਤ ਸਿੰਪਲ ਹੈ, ਕੰਪਲਿਕੇਟਡ ਅਸੀਂ ਆਪ ਬਣਾਈ ਹੈ। ਹਾਂ ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ। ਅਸੀਂ ਰਹਿ ਰਹੇ ਹਾਂ 버ਗਰ ਤੋਂ ਬਗੈਰ, ਅਸੀਂ ਰਹਿ ਰਹੇ ਹਾਂ ਪੀਜ਼ੇ ਤੋਂ ਬਗੈਰ, ਅਸੀਂ ਰਹਿ ਰਹੇ ਹਾਂ ਬਾਹਰਲੇ ਖਾਣੇ ਤੋਂ ਬਗੈਰ, ਕਿਉਂਕਿ ਲਾਈਫ ਤਾਂ ਬਹੁਤ ਸਿੰਪਲ ਹੈ, ਹੈਨਾ। ਅਸੀਂ ਆਪਣੇ ਖਰਚੇ ਆਪ ਵਧਾਏ ਹੋਏ ਆ, ਅਸੀਂ ਉਹਨੂੰ ਆਪ ਗੁੰਝਲਦਾਰ ਬਣਾਇਆ ਹੋਇਆ, ਆ ਵੀ ਲੈ ਲਈਏ, ਉਹ ਵੀ ਲੈ ਲਈਏ, ਆ ਵੀ ਉਹ ਇੱਕ ਅਜੀਬ ਜਿਹਾ ਜੰਜਾਲ ਜਿਹਾ ਫਸਿਆ ਪਿਆ ਸਾਡੇ ਆਲੇ ਦੁਆਲੇ। ਤੁਸੀਂ ਕੀ ਕਰ ਰਹੇ ਹੋ? ਇਹ ਅਸੀਂ ਟ੍ਰੈਪ ਆਪਣੇ ਆਪ ਹੀ ਬੁਣਿਆ ਹੋਇਆ, ਮੈਨੂੰ ਹੌਲੀ ਹੌਲੀ ਬੁਣਤੀ ਕਰ ਰਹੇ ਹਾਂ। ਹੁਣ ਦੇਖਿਆ ਜਾਵੇ ਤਾਂ ਆਪਾਂ ਘਰ ਬੈਠੇ ਸੀ, ਕੋਈ ਅਸੀਂ ਸ਼ਾਪਿੰਗ ਨਹੀਂ ਕੀਤੀ, ਕੋਈ ਅਸੀਂ ਬਾਹਰਲੀ ਚੀਜ਼ ਨਹੀਂ ਖਾਧੀ, ਚੱਪਲਾਂ ਇੱਕ ਸੀਗੀਆਂ ਉਹਦੇ ਨਾਲ ਵੀ ਸਾਰ ਲਿਆ, 2 ਚੱਪਲਾਂ ਦੀ ਲੋੜ ਹੀ ਨਹੀਂ ਸੀਗੀ ਸਾਨੂੰ, ਹਨਾ। ਫਿਰ ਘਰ ਦੇ ਜਿੰਨੇ ਸਮਾਨ ਸੀਗੇ ਆਪਾਂ ਐਵੇਂ ਵਾਧੂ ਦੇ ਫਾਲਤੂ ਜਿਹੜੇ ਖਰਾਬ ਕਰਦੇ ਰਹਿੰਦੇ ਆ ਕਿ ਰੂਮ ਫਰੈਸ਼ਨਰ ਹੋਣਾ ਚਾਹੀਦਾ ਹੈਗਾ ਆ, ਸਾਡੇ ਕੋਲ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਠੀਕ ਆ, ਜਿੱਥੇ ਤੁਹਾਡੀ ਨੀਡ ਹੈਗੀ ਉੱਥੇ ਕਰੋ, ਵਾਧੂ ਫਾਲਤੂ ਵਾਲੀਆਂ ਚੀਜ਼ਾਂ ਕਾਤੇ ਤੁਸੀਂ ਆਪਣੇ ਕੋਲ ਲਿਆ ਕੇ ਘਰ ਨੂੰ ਇੱਕ ਡੰਪ ਬਣਾ ਲੈਂਦੇ। ਮੈਨੂੰ ਲੱਗਦਾ ਹੈ ਅਸੀਂ ਘਰ ਨੂੰ ਘਰ ਨਹੀਂ ਰਹਿਣ ਦਿੰਦੇ। ਆਹ ਵੀ ਕਾਰਨਰ ਭਰ ਦੇ, ਆਹ ਵੀ ਕਾਰਨਰ ਭਰ ਦੇ, ਆਹ ਕੰਧ ਖਾਲੀ, ਇੱਥੇ ਭਰ ਦੇ, ਉੱਥੇ ਭਰ ਦੇ, ਇੰਨੀਆਂ ਮਹਿੰਗੀਆਂ ਚੀਜ਼ਾਂ ਲਿਆ ਕੇ ਅਸੀਂ ਰੱਖਦੇ ਪਏ ਹਾਂ। ਸਰਿਆ ਹੀ ਆ ਉਦੋਂ ਵੀ, ਬਿਲਕੁਲ ਉਦੋਂ ਜੇ ਸਾਰੀਆਂ ਹੁਣ ਕਿਉਂ ਨਹੀਂ ਸਰ ਸਕਦੇ? ਹੁਣ ਕਿਉਂ ਨਹੀਂ ਸਰ ਸਕਦਾ? ਉਹੀ ਤਾਂ ਗੱਲ ਹੈ ਨਾ, ਸਾਦਗੀ ਉਦੋਂ ਅਸੀਂ ਅਪਣਾ ਲਈ, ਤੇ ਅੱਜ ਉਹ ਜਦੋਂ ਸਭ ਕੁਝ ਠੀਕ ਹੁੰਦਾ ਜਾ ਰਿਹਾ, ਉਹ ਸਾਦਗੀ ਨੂੰ ਆਪਾਂ ਡਸਟਬਿਨ 'ਚ ਸਿੱਟਤਾ ਤੇ ਸ਼ੋਅ ਆਫ ਦੇ ਵਿੱਚ ਫਿਰ ਫਸ ਰਹੇ ਹਾਂ। ਬਿਲਕੁਲ ਬਿਲਕੁਲ, ਮੈਂ ਜਿੱਦਾਂ ਪਹਿਲੇ ਕਿਹਾ ਕਿ ਸਾਡੀ ਸਹਿਕਦੀ ਆ ਸਾਦਗੀ, ਕਿੱਥੇ ਸਾਦਗੀ ਦੇ دیਵਾਨੇ ਹੁੰਦੇ ਸੀ, ਹਨਾ। ਤੇ ਔਰ ਕਿਹਾ ਜਾਂਦਾ ਹੈ ਕਿ ਫੈਸ਼ਨਾਂ ਦਾ ਦੌਰ ਹੁੰਦਾ ਹੈ, ਹਨਾ, ਤੇ ਸਾਦਗੀ ਤਾਂ ਹਮੇਸ਼ਾ ਜ਼ਮਾਨੇ ਤੱਕ ਚੱਲਦੀ ਹੈ। ਵਾਹ, ਬਿਲਕੁਲ। ਤੇ ਉਹ ਵਾਲੀਆਂ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਅਸੀਂ ਖੁਦ ਜ਼ਿੰਮੇਵਾਰ ਆ, ਅਸੀਂ ਸਭ ਉਹ ਚੀਜ਼ਾਂ ਨੂੰ ਖਤਮ ਕਰੀ ਜਾ ਰਹੇ ਹੈਗੇ ਆ। ਕਿਸੇ ਦੇ ਚਿਹਰਿਆਂ ਤੇ ਸਾਦਗੀ, ਕਿਸੇ ਦੇ ਬੋਲਪਨ 'ਚ ਸਾਦਗੀ, ਕਿਸੇ ਦੇ ਕੱਪੜਿਆਂ 'ਚ ਸਾਦਗੀ, ਕਿਸੇ ਦੇ ਖਾਣ 'ਚ ਸਾਦਗੀ, ਹਨਾ। ਸਾਡੇ ਗੁਰੂਆਂ ਪੀਰਾਂ ਨੇ ਵੀ ਤਾਂ ਸਾਨੂੰ ਇਹੀ ਕਿਹਾ ਸੀਗਾ ਕਿ ਸਾਦੇਪਨ ਦੇ ਵਿੱਚ ਰਹੋ, ਹਨਾ। ਸਾਦਗੀ ਜਿਹੜੀ ਹੈਗੀ ਉਹਦਾ ਕੋਈ ਵੀ ਜਿਹੜਾ ਹੈਗਾ ਆਪਾਂ ਕਹਿ ਦਈਏ ਸਬਸਟੀਟਿਊਟ ਨਹੀਂ ਹੈਗਾ, ਹਨਾ, ਰਾਈਟ। ਸੋ ਬੋਲ ਚਾਲ ਦੀ ਜਦੋਂ ਅਸੀਂ ਸਾਦਗੀ ਦੀ ਗੱਲ ਕਰਦੇ ਹਾਂ, ਕਈਆਂ ਨੂੰ ਬੜੀ ਆਦਤ ਹੁੰਦੀ ਹੈ, ਮੂੰਹ ਫੱਟ ਜਿਹੇ ਹੁੰਦੇ ਆ, ਕੌੜੇ ਜਿਹੇ ਸ਼ਬਦ ਬੋਲਦੇ ਨੇ, ਹਨਾ। ਕਿਸੇ ਦੀ ਕੋਈ ਲਿਆਕਤ ਨਹੀਂ ਕਰਨੀ। ਠੀਕ ਹੈ, ਛੋਟੇ ਬੱਚੇ ਨੂੰ ਅਸੀਂ ਤੂੰ ਕਹਿ ਕੇ ਗੱਲ ਕਰ ਸਕਦੇ ਹੈਗੇ ਆ, ਰੱਬ ਨੂੰ ਵੀ ਕਈ ਵਾਰ ਅਸੀਂ ਤੂੰ ਕਹਿ ਕੇ ਪੁਕਾਰੀ ਦਾ ਹੈਗਾ ਆ, ਹਨਾ। ਪਰ ਉੱਥੇ ਜਿੱਥੇ ਬੱਚਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਦੇਖ ਰਿਹਾ, ਤੁਹਾਨੂੰ ਫੀਲ ਕਰ ਰਿਹਾ, ਤੁਹਾਨੂੰ ਕਹਿ ਰਿਹਾ ਕਿ ਇਹਦੇ ਵਰਗਾ ਬਣਨਾ, ਉੱਥੇ ਤਾਂ ਤੁਸੀਂ ਵਰਤ ਲਓ।
ਯੈਸ ਬੱਚੇ ਤੁਹਾਨੂੰ ਫੋਲੋ ਕਰਦੇ ਆ, ਤੁਹਾਨੂੰ ਫੋਲੋ ਕਰਦੇ ਆ, ਉੱਥੇ ਤੁਸੀਂ ਵਰਤ ਲਓ। ਹੁਣ ਵੱਡੇ ਬਜ਼ੁਰਗ ਹੈਗੇ ਆ, ਕਈ ਵਾਰ ਮਤਲਬ ਉਹਨਾਂ ਨੂੰ ਹੁੰਦਾ ਆ ਕਿ ਅਸੀਂ ਆਪਣੇ ਸਾਦੇਪਨ 'ਚ ਰਹਿਣਾ। ਆਪਾਂ ਵੱਡੇ ਲੋਕ ਕੀ ਕਰਦੇ ਆ, ਸਾਡੇ ਫਰੈਂਡਸ ਨੇ ਆਣਾ, ਦਾਦੀ ਬਾਹਰ ਨਾ ਨਿਕਲਿਓ, ਤੁਸੀਂ ਕੱਪੜੇ ਇਦਾਂ ਦੇ ਪਾਏ ਹੋਏ ਆ, ਮੇਰੀਆਂ ਫਰੈਂਡਸ ਕਹਿਣੀਆਂ ਕਿ ਦਾਦੀ ਨੇ ਸੂਟ ਕਿੱਦਾਂ ਦਾ ਪਾਇਆ ਹੋਇਆ। ਹੁਣ ਗਰਮੀਆਂ ਦੇ ਵਿੱਚ ਅਸੀਂ ਦੇਖਿਆ ਆਪਣੇ ਘਰਾਂ ਦੇ ਵਿੱਚ ਮੋਸਟਲੀ ਮਤਲਬ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਨੇ ਗਰਮੀ ਜ਼ਿਆਦਾ ਲੱਗਦੀ ਹੈਗੀ ਆ, ਉਹ ਏਸੀ 'ਚ ਵੀ ਨਹੀਂ ਰਹਿ ਸਕਦੇ ਹਨਾ, ਪੱਖਾ ਵੀ ਤੇਜ਼ ਕਰ ਦਿਓ, ਕਹਿੰਦੇ ਸਾਡੇ ਹੱਡੀਆਂ ਦੁਖਦੀਆਂ ਹੈਗੀਆਂ, ਫਿਰ ਉਹ ਕੀ ਕਰਦੇ ਆ, ਪਤਲੇ ਪਤਲੇ ਘਸੇ ਹੋਏ ਸੂਟ ਪਾਉਂਦੇ ਆ ਹਨਾ। ਉਹ ਚੀਜ਼ਾਂ ਸਾਡੇ ਬੱਚਿਆਂ ਨੂੰ ਪਸੰਦ ਨਹੀਂ। ਸਾਡੇ ਜਦੋਂ ਬਾਹਰੋਂ ਕੋਈ ਆਉਂਦਾ ਤੇ ਅਸੀਂ ਮੂੰਹ ਬਣਾ ਫਿਰਦੇ ਆ, ਜੇ ਅਗਲੇ ਪੁੱਛਣ ਵੀ ਕਿ ਤੁਹਾਡੇ ਘਰ ਦੇ ਬਜ਼ੁਰਗ ਕਿੱਥੇ ਆ, ਆਪਾਂ ਕਹਿੰਦੇ ਨਹੀਂ ਉਹ ਗਏ ਹੋਏ ਆ ਕਿਤੇ ਵਾਕ ਤੇ ਗਏ ਹੋਏ ਆ। ਇਹ ਨਹੀਂ ਪਤਾ ਹੁੰਦਾ ਕਿ ਰੂਮ 'ਚ ਬੰਦ ਕੀਤੇ ਹੋਏ, ਲੌਕ ਕੀਤੇ ਹੋਏ ਆ। ਸਾਦਗੀ ਤਾਂ ਉੱਥੇ ਰੂਮ 'ਚ ਹੀ ਬੰਦ ਕਰਦੀ ਹੈ ਨਾ ਤੁਸੀਂ। ਵਾਹ ਵਾਕਈ ਸਹੀ ਗੱਲ ਹੈ। ਔਰ ਖਾਸ ਤੌਰ ਤੇ ਅੱਜ ਵੀ ਕਈ ਘਰਾਂ ਦੇ ਵਿੱਚ ਉਹ ਹੱਥ ਵਾਲੀਆਂ ਪੱਖੀਆਂ ਨਜ਼ਰ ਆਉਣਗੀਆਂ ਤੁਹਾਨੂੰ, ਗਰਮੀਆਂ ਦਾ ਮੌਸਮ ਚੱਲਦਾ ਪਿਆ ਤੇ ਉਹ ਗਰਮੀਆਂ ਦੀਆਂ ਜਿਹੜੀਆਂ ਪੱਖੀਆਂ ਚੱਲਦੇ ਆ ਨਾ, ਉਹ ਵੀ ਸਾਨੂੰ ਘਰ ਵਿੱਚ ਨਜ਼ਰ ਆ ਜਾਣ ਤੇ ਖਾਸ ਤੌਰ ਤੇ ਬਜ਼ੁਰਗਾਂ ਦੇ ਹੱਥਾਂ ਵਿੱਚ, ਤੇ ਸਾਨੂੰ ਲੱਗਦਾ ਬਈ ਆਊਟ ਆਫ ਫੈਸ਼ਨ ਹੈ। ਹਾਂ ਸ਼ੋ ਆਫ ਕਰਨਾ ਚਾਹੁੰਦੇ ਨੇ ਕਿ ਸਾਡੇ ਘਰ ਵੀ ਇਨਵਰਟਰ ਹੈਗਾ ਆ, ਸਾਡੇ ਘਰ ਵੀ ਏਸੀ ਹੈਗਾ ਆ, ਅਸੀਂ ਵੀ ਆਪਣੇ ਬੜੀ ਮਤਲਬ ਇੱਕ ਪੌਸ਼ ਤਰੀਕੇ ਨਾਲ ਰਾਇਲ ਫੀਲਿੰਗ ਲੈ ਕੇ ਅਸੀਂ ਰਹਿ ਰਹੇ ਹੈਗੇ ਆ। ਲਿਵਿੰਗ ਸਟਾਈਲ ਜਿਹੜਾ ਹੈ ਉਹ ਅਪ ਹੁੰਦਾ ਜਾ ਰਿਹਾ। ਪੁੱਛਣ ਵਾਲਾ ਹੋਵੇ ਨਾ ਤਾਂ ਤੁਹਾਨੂੰ ਘਰ ਦੇ ਵਿੱਚ, ਜੇ ਤੁਸੀਂ ਵਿਹਲੇ ਬੈਠੇ ਹੋ, ਕਰੋਨਾ 'ਚ ਬੈਠੇ ਹੀ ਸੀ ਆਪਾਂ, ਸਾਨੂੰ ਕੋਈ ਪੁੱਛਣ ਆਇਆ ਨਾ, ਰਿਸ਼ਤੇਦਾਰ ਜਿਹਨੂੰ ਅਸੀਂ ਸ਼ੋ ਆਫ ਕਰਦੇ ਪਏ ਆ, ਅੱਡੀਆਂ ਚੱਕ ਕੇ ਅਸੀਂ ਫਾਹੇ ਲੈ ਲੈਂਦੇ ਆ ਹਨਾ। ਵਿਕਾਸ ਜੀ ਦੇਖ ਲਓ, ਸੋਚ ਵੀ ਸਾਡੀ ਜਿਹੜੀ ਸਾਦਗੀ ਹੁੰਦੀ ਆ, ਮਤਲਬ ਉਹਦੇ ਵਿੱਚ ਵੀ ਅਸੀਂ ਕਈ ਵਾਰ ਉਹ ਚੀਜ਼ਾਂ ਦੇ ਵਿੱਚ ਫਸ ਜਾਂਦੇ ਆ, ਨਾ ਚਾਹੁੰਦੇ ਹੋਏ ਵੀ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਹੈਗਾ। ਕਈ ਵਾਰ ਅਸੀਂ ਸਟੇਟਸ ਸਿੰਬਲ ਦੇਖ ਕੇ ਅਸੀਂ ਚੀਜ਼ਾਂ ਕਰਦੇ ਹੈਗੇ ਆ। ਹੁਣ ਆਪਾਂ ਐਗਜ਼ਾਮਪਲ ਲੈ ਲਈਏ, ਮੇਰੀ ਫਰੈਂਡ ਆ ਬਹੁਤ ਰਿਚ ਹੈਗੀ ਆ ਹਨਾ, ਬਰਥਡੇ ਪਾਰਟੀ ਤੇ ਜਾਂ ਕਿਸੇ ਭੋਗ ਤੇ ਮੈਨੂੰ ਬੁਲਾਉਂਦੀ ਹੈਗੀ ਆ, ਤਾਂ ਮੇਰੀ ਹੈਸੀਅਤ ਉਨੀ ਨਹੀਂ ਹੁੰਦੀ ਉਹਨਾਂ ਗਿਫਟ ਦੇਣ ਨੂੰ। ਲੋਕ ਸਾਰੇ ਲਈ ਉਹਦੇ ਲਈ 골ਡ ਦਾ, ਕੋਈ ਸਿਲਵਰ ਦਾ ਲੈ ਕੇ ਆਉਂਦਾ, ਮੇਰੀ ਨਹੀਂ ਇੰਨੀ ਹੈਸੀਅਤ ਆ, ਪਰ ਫਿਰ ਵੀ ਮੈਂ ਸ਼ੋ ਆਫ ਕਰਨ ਦੇ ਲਈ ਕਿ ਮੇਰੇ ਕੋਲ ਹੈ ਇਹ ਚੀਜ਼ਾਂ, ਮੈਂ ਤੈਨੂੰ ਦੇ ਸਕਦੀ ਹਾਂ, ਭਾਵੇਂ ਮੈਂ ਉਹ ਕਰਜ਼ਾ ਲੈ ਕੇ ਕੀਤੀਆਂ ਹੋਣ, ਭਾਵੇਂ ਉਹ ਕਿੱਦਾਂ ਕੀਤੀਆਂ ਹੋਣ, ਪਰ ਫਿਰ ਵੀ ਉਹ ਬਾਅਦ ਚ ਮੈਨੂੰ ਤੰਗੀ ਤਾਂ ਆ ਰਹੀ ਹੈ ਨਾ, ਸਿਰਫ ਇੱਕ ਲੋਕ ਦਿਖਾਵਾ ਕਰਨ ਦੇ ਲਈ ਮੈਂ ਉਹ ਚੀਜ਼ ਕਰ ਲੈਂਦੀ ਆ, ਆਪਣੀ ਬੱਲੇ ਬੱਲੇ ਕਰਾ ਲੈਂਦੀ ਆ, ਮਤਲਬ ਮੇਰੀ ਫਰੈਂਡ ਵੀ ਖੁਸ਼ ਹੋ ਜਾਂਦੀ, ਖੁਸ਼ੀਆਂ ਦੇ ਲਈ ਮੈਂ ਉਹਨੂੰ ਕਰ ਦਿੰਦੀ ਹੈਗੀਆਂ, ਪਰ ਕਿਤੇ ਨਾ ਕਿਤੇ ਆਪਣਾ ਘਾਟਾ ਤਾਂ ਅਸੀਂ ਕਰ ਹੀ ਲੈਂਦੇ ਆ ਨਾ। ਸੋ ਇਹ ਚੀਜ਼ਾਂ ਪਤਾ ਨਹੀਂ ਕਾਤੇ ਫਿਰ ਇੱਕ ਜੰਜਾਲ 'ਚ ਫਸ ਜਾਂਦਾ, ਮਜਬੂਰੀ 'ਚ ਨਿਭਾ ਰਿਹਾ ਰਿਸ਼ਤਾ ਬੰਦਾ, ਕਰਨਾ ਪੈਂਦਾ ਹੈ। ਅਸੀਂ ਘਬਰਾ ਜਾਂਦੇ ਵੀ ਉਹਦੇ ਵੱਲੋਂ ਫੇਰ ਆ ਗਿਆ ਇਨਵੀਟੇਸ਼ਨ ਹਨਾ। ਤੇ ਮੈਨੂੰ ਹੁਣ ਗੱਲ ਚੇਤੇ ਆ ਗਈ ਕ੍ਰਿਸ਼ਨ ਤੇ ਸੁਦਾਮਾ ਜੀ ਦੀ। ਹਾਏ ਕੀ ਬਾਤ ਹੈ, ਉਹ ਜਦੋਂ ਅਸੀਂ ਯਾਦ ਕਰਦੇ ਆ ਨਾ ਗੱਲ ਨੂੰ, ਸੱਚੀ ਇੱਕਦਮ ਹੀ ਦਿਮਾਗ ਦੇ ਵਿੱਚ ਆ ਗਿਆ ਕ੍ਰਿਸ਼ਨ ਜੀ ਔਰ ਸੁਦਾਮਾ ਜੀ ਦੀ, ਮਤਲਬ ਕਿਆ ਦੋਸਤੀ ਸੀ ਉਹਨਾਂ ਦੀ। ਔਰ ਇੱਕ ਮੁੱਠੀ ਪਰ ਚਾਵਲ ਵੀ ਉਹਨਾਂ ਦੇ ਲਈ ਉਹ ਕਹਿੰਦੇ ਸੀ ਕਿ ਮਤਲਬ ਉਹ ਜਦੋਂ ਅਸੀਂ ਸੋਚਦੇ ਆ ਨਾ ਤੇ ਸੱਚੀ ਉਹ ਸਾਦਗੀ ਸੀ। ਬਿਲਕੁਲ ਉਹ ਸਾਦਗੀ ਦੇ ਵਾਸਤੇ ਤੇ ਨੰਗੇ ਪੈਰ ਭੱਜ ਕੇ ਆਏ ਸੀ ਲੈਣ। ਬਿਲਕੁਲ। ਔਰ ਉਹ ਸਾਦਗੀ ਨੂੰ ਦੁਨੀਆ ਅੱਜ ਤੱਕ ਯਾਦ ਕਰਦੀ ਹੈ ਨਾ, ਉਹਨਾਂ ਦੀ ਦੋਸਤੀ ਵਿੱਚ ਜੋ ਸਾਦਗੀ ਸੀ। ਸੋ ਉਸ ਸਾਦਗੀ ਦਾ ਕੋਈ ਮੈਨੂੰ ਲੱਗਦਾ ਇਸ ਤੋਂ ਵੱਡਾ ਉਦਾਹਰਣ ਹੋ ਨਹੀਂ ਸਕਦਾ ਕੋਈ। ਬਿਲਕੁਲ। ਇੱਕ ਹੋਰ ਉਦਾਹਰਣ ਹੈ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੀ, ਜਿਹੜੀ ਹਨਾ ਉਹ ਆਪਾਂ ਤਸਵੀਰ 'ਚ ਅਕਸਰ ਦੇਖਦੇ ਕਿ ਇੱਕ ਰੋਟੀ ਵਿੱਚੋਂ ਦੁੱਧ ਨਿਕਲਦਾ, ਇੱਕ ਰੋਟੀ ਦੇ ਵਿੱਚੋਂ ਖੂਨ ਨਿਕਲਦਾ, ਮਤਲਬ ਉਹ ਭਾਈ ਲਾਲੋ ਦੀਆਂ ਇੰਨੀਆਂ ਚੀਜ਼ਾਂ, ਇੰਨੀਆਂ ਪਦਾਰਥ ਸੀਗੇ, ਉਹ ਠੁਕਰਾਤੇ ਸੀ ਗੁਰੂ ਨਾਨਕ ਪਾਤਸ਼ਾਹ ਨੇ ਹਨਾ। ਸਿਰਫ ਉਹਦੀ ਹੀ ਰੋਟੀ ਖਾਧੀ ਜਿਹਦੇ ਘਰ ਸਾਦਗੀ ਸੀ, ਜਿਹਦੇ ਘਰ ਪਿਆਰ ਸੀ, ਜਿਹਦੇ ਵਿੱਚ ਨਿਮਰਤਾ ਸੀ ਹਨਾ। ਤੇ ਸਾਦਗੀ ਦੇ ਤਾਂ ਇਹੀ ਤਾਂ ਗੁਣ ਹੁੰਦੇ ਨੇ, ਨਿਮਰਤਾ ਹੁੰਦਾ ਹੈ, ਪਿਆਰ ਹੁੰਦਾ ਹੈ। ਹਾਂ, ਮੈਨੂੰ ਲੱਗਦਾ ਵੀ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਵੀ ਬੱਚੇ ਆਪਣੇ ਪੇਰੈਂਟਸ ਨੂੰ ਫੋਲੋ ਕਰਦੇ ਆ, ਸਾਡੇ ਪੇਰੈਂਟਸ ਜੋ ਕਰਨਗੇ ਅਸੀਂ ਉਦਾਂ ਹੀ ਅਪਣਾਉਣਾ। ਜੇ ਪੇਰੈਂਟਸ ਹੀ ਸਾਦਗੀ ਨੂੰ ਛੱਡ ਰਹੇ ਆ, ਭੁੱਲ ਰਹੇ ਆ, ਤੇ ਬੱਚੇ ਵੀ ਅੱਗੇ ਉਹੀ ਕਰਨਗੇ। ਔਰ ਮੈਨੂੰ ਛੋਟੀ ਜਿਹੀ ਇੱਕ ਸਟੋਰੀ ਯਾਦ ਆਈ, ਇੱਕ ਫਾਦਰ ਨੇ ਨਾ, ਫਾਦਰ ਤੇ ਸਨ ਦੋਨੋਂ ਇਕੱਠੇ ਜਾ ਰਹੇ ਸੀ ਕਾਰ ਵਿੱਚ, ਤੇ ਉਹਨੇ ਰੈੱਡ ਲਾਈਟ ਜੰਪ ਕਰ ਲਈ ਫਾਦਰ ਨੇ, ਤੇ ਉਹ ਫਾਦਰ ਹਵਲਦਾਰ ਕੋ ਗਿਆ, ਕਹਿੰਦਾ ਮੇਰਾ ਚਲਾਨ ਕੱਟ ਦਿਓ, ਮੈਂ ਰੈੱਡ ਲਾਈਟ ਜੰਪ ਕਰ ਲਈ। ਉਹ ਕਹਿੰਦਾ ਜਿੱਥੇ ਤੂੰ ਰੈੱਡ ਲਾਈਟ ਜੰਪ ਕੀਤੀ ਉੱਥੇ ਕੋਈ ਹੋਰ ਹਵਲਦਾਰ ਹੈ ਨਹੀਂ ਸੀ? ਕਹਿੰਦਾ ਨਹੀਂ ਸੀਗਾ। ਕਹਿੰਦਾ ਫਿਰ ਤੂੰ ਨਿਕਲ ਜਾਂਦਾ, ਤੈਨੂੰ ਕਿਸੇ ਨੇ ਦੇਖਿਆ ਥੋੜੀ? ਕਹਿੰਦਾ ਦੇਖ ਲਿਆ ਸੀ। ਕਹਿੰਦਾ ਮੇਰੇ ਬੇਟੇ ਨੇ। ਕਿਉਂਕਿ ਜੇ ਮੈਂ ਰੈੱਡ ਲਾਈਟ ਜੰਪ ਕਰ ਲੈਂਦਾ ਤੇ ਉਹਨੇ ਵੀ ਇਹੀ ਸੋਚਣਾ ਸੀ ਜੰਪ ਕਰੋ, ਕੱਲ ਨੂੰ ਮੈਂ ਜੰਪ ਕਰਨਾ। ਇਹੋ ਜਿਹੀ ਚੀਜ਼ ਅਸੀਂ ਹੁਣ ਕਰਦੇ ਆਪਾਂ, ਕਹਿੰਦੇ ਆਲੇ ਦੁਆਲੇ ਦਾ ਸਾਫ਼ ਰੱਖਣਾ ਅਸੀਂ ਹਨਾ। ਤੇ ਇਹਦੇ ਨਾਲ ਹੀ ਗੱਲ ਚੇਤੇ ਆ ਗਈ ਕਿ ਆਪਾਂ ਬੱਚਿਆਂ ਨੂੰ ਜਿੱਦਾਂ ਦਾ ਸਿਖਾਉਂਦੇ ਉਦਾਂ ਦਾ ਸਿੱਖਦੇ ਹੈਗੇ ਆ, ਜਾਂ ਬੱਚੇ ਸਾਨੂੰ ਦੇਖ ਕੇ ਸਿੱਖਦੇ ਆ। ਬੱਸ 'ਚ ਟਰੈਵਲ ਕਰਦੀ ਪਈ ਸੀਗੀ ਤੇ ਬੱਚੇ ਹੁਣ ਅਕਸਰ ਹੀ ਬੱਸ ਦੇ ਵਿੱਚ ਬੈਠੇ ਖਾਂਦੇ ਰਹਿੰਦੇ ਆ, ਚਿਪਸ ਵਗੈਰਾ ਕੁਝ ਖਾ ਰਿਹਾ ਸੀ ਬੱਚਾ,
ਤੇ ਬੱਚੇ ਨੇ ਰੈਪਰ ਲਿਆ ਤੇ ਆਪਣੀ ਮੰਮਾ ਨੂੰ ਦੇ ਦਿੱਤਾ। ਅੱਛਾ। ਉਹਦੀ ਮੰਮੀ ਨੇ ਕਿਹਾ ਫੜਾ ਇਹਨੂੰ ਬਾਹਰ ਸਿੱਟ। ਹੂੰ। ਮਤਲਬ ਉਹਦੀ ਮੰਮੀ ਜਦੋਂ ਸਿੱਟਣ ਲੱਗੀ ਲਿਟਰਲੀ ਮੈਂ ਦੇਖ ਕੇ ਇੰਨਾ ਮੈਨੂੰ ਇਹਨੂੰ ਪ੍ਰਾਊਡ ਫੀਲ ਹੋ ਰਿਹਾ ਸੀ ਬੱਚੇ ਨੂੰ ਕਿ ਮੇਰਾ ਦਿਲ ਕਰਦਾ ਸੀ ਕਿ ਉਹਨੂੰ ਸਿਰ ਤੇ ਹੱਥ ਰੱਖਾ ਸ਼ਾਬਾਸ਼ੀ ਦੇਵਾਂ। ਹੱਥ ਫੜ ਲਿਆ ਉਹਨੇ ਆਪਣੀ ਮਾਂ ਦਾ। ਅੱਛਾ। ਹਾਂ ਕਹਿੰਦਾ ਬਾਹਰ ਨਹੀਂ ਸਿੱਟਣਾ, ਇਹਨੂੰ ਬੈਗ ਦੇ ਵਿੱਚ ਹੀ ਪਾਓ। ਕਹਿੰਦੀ ਕਿਉਂ ਸਿੱਟ ਲੈਣ ਦੇ ਮੈਨੂੰ ਬਾਹਰ, ਮਤਲਬ ਦੋਨਾਂ 'ਚ ਤਕਰਾਰ ਹੋਈ। ਹਾਂ ਕਹਿੰਦੀ ਮੈਨੂੰ ਬਾਹਰ ਸਿੱਟ ਲੈਣ ਦੇ, ਕੋਈ ਗੱਲ ਨਹੀਂ ਬੈਗ 'ਚ ਕਿਉਂ ਰੱਖਣਾ, ਇਦਾਂ ਕਰਕੇ ਉਹਨੂੰ ਡਾਂਟਿਆ। ਬੱਚਾ ਰੋਣ ਹੀ ਲੱਗ ਪਿਆ ਕਿ ਬੈਗ ਦੇ ਵਿੱਚ ਹੀ ਪਾਓ ਰੈਪਰ। ਅੱਛਾ। ਮਤਲਬ ਮੈਨੂੰ ਇੰਨਾ ਵਧੀਆ ਫੀਲ ਹੋਇਆ ਕਿ ਬੱਚੇ ਨੂੰ ਇਹ ਟੀਚਰ ਨੇ ਜਾਂ ਕਿਸੇ ਨੇ ਸਿਖਾਇਆ ਤਾਂ ਹੋਏਗਾ ਜਾਂ ਟੀਵੀ ਤੋਂ ਦੇਖ ਕੇ ਸਿੱਖਿਆ ਹੋਏਗਾ। ਆਪਣੀ ਚੀਜ਼ ਖਾ ਕੇ ਅਸੀਂ ਬਾਹਰ ਨਹੀਂ ਸਿੱਟਣੀ, ਕੂੜਾ ਨਹੀਂ ਬਣਾਉਣਾ ਅਸੀਂ ਆਲੇ ਦੁਆਲੇ ਨੂੰ, ਉਹ ਵੀ ਅਸੀਂ ਆਪਣੇ ਕੋਲ ਰੱਖਣਾ। ਸੋ ਇਹ ਚੀਜ਼ਾਂ ਕੀ ਨੇ ਸਾਡੇ ਕੋਲ, ਇਹ ਮਤਲਬ ਇਹ ਸਾਡੀਆਂ ਇੱਕ ਲਿਆਕਤ ਹੈ ਜਿਹੜੀ ਸਾਨੂੰ ਸਾਦਗੀ ਦੇ ਵਿੱਚੋਂ ਮਿਲਦੀ ਹੈ ਹਨਾ। ਸਾਨੂੰ ਡਿਸਪਲਿਨ ਆ, ਇਮਾਨਦਾਰੀ ਆ, ਸਭ ਤਾਂ ਸਾਦਗੀ ਦੇ ਵਿੱਚੋਂ ਮਿਲਦੇ ਆ। ਬਿਲਕੁਲ। ਸਾਦਗੀ ਦੇਖੋ ਆਪਾਂ ਵਰਡ ਕਿੰਨੀ ਵਾਰ ਬੋਲ ਚੁੱਕੇ ਹਾਂ, ਸਾਦਗੀ ਹੈ ਨਾ, ਸਿੰਪਲਿਸਿਟੀ। ਸੋ ਮੈਨੂੰ ਲੱਗਦਾ ਵੀ ਇਹ ਸਿੰਪਲਿਸਿਟੀ ਕਿਤੇ ਨਾ ਕਿਤੇ ਜਿਹੜਾ ਸਾਡਾ ਮੀਡੀਆ, ਉਸ ਮੀਡੀਆ ਦੇ ਵਿੱਚੋਂ ਵੀ ਸਾਦਗੀ ਸਾਨੂੰ ਮਿਲਦੀ ਹੈ। ਔਰ ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬੀ ਸਿੰਗਰ ਹੈਗੇ ਆ, ਗਵਈਏ ਹੈਗੇ ਆ, ਸੋ ਉਹਨਾਂ ਦੀ ਲਾਈਫ ਸਟਾਈਲ ਨੂੰ ਵੀ ਆਪਾਂ ਫੋਲੋ ਕਰਦੇ ਹਾਂ ਹੈ ਨਾ। ਬਈ ਉਹਨੇ ਇਸ ਤਰ੍ਹਾਂ ਦੇ ਸ਼ੂਜ਼ ਪਾਏ, ਮੈਂ ਵੀ ਉਸ ਤਰ੍ਹਾਂ ਦੇ ਪਾਣੇ ਆ, ਚਾਹੇ ਜਿੱਦਾਂ ਮਰਜ਼ੀ ਪਾਵਾਂ ਹੈ ਨਾ। ਸੋ ਸਟੇਟਸ ਸਿੰਬਲ ਬਣ ਚੁੱਕਾ ਸਭ ਕੁਝ। ਹੁਣ ਮੋਬਾਈਲ, ਮਹਿੰਗੇ ਤੋਂ ਮਹਿੰਗਾ ਮੋਬਾਈਲ ਰੱਖਣਾ, ਇਹ ਵੀ ਇੱਕ ਸਟੇਟਸ ਸਿੰਬਲ ਹੈ ਵੀ ਮੇਰੇ ਕੋਲ ਆਹ ਕੰਪਨੀ ਦਾ ਮੋਬਾਈਲ ਹੈ, ਮੇਰੇ ਕੋਲ ਆਹ ਕੰਪਨੀ ਦਾ ਮੋਬਾਈਲ ਹੈ। ਬਹੁਤ ਸਾਰੇ ਦੋਸਤ ਮੇਰੇ ਹੈਗੇ ਜਿਹੜੇ ਯੂਜ਼ ਐਂਡ ਥਰੋ ਹੈ ਨਾ, ਖਰੀਦੋ ਪਹਿਨੋ ਸਿੱਟੋ, ਲਾਈਕ ਕਿ ਇਹ ਪਾਲਿਸੀ ਨੂੰ ਅਡਾਪਟ ਕਰਦੇ ਜਾ ਰਹੇ ਸਾਰੇ, ਬਜਾਏ ਕਿ ਵੱਡੇ ਵੱਡੇ ਬ੍ਰਾਂਡ ਆਪਾਂ ਪਾਈਏ ਹੈ ਨਾ। ਯੂਜ਼ ਐਂਡ ਥਰੋ ਦੈਟਸ ਇਟ। ਔਰ ਖਾਸ ਤੌਰ ਤੇ ਸਿੰਪਲਿਸਿਟੀ ਜਿਹੜੀ ਹੈ ਉਹਦੀ ਉਮਰ ਬਹੁਤ ਲੰਬੀ ਹੈ। ਔਰ ਜਿਹੜਾ ਸ਼ੋ ਆਫ ਹੈ ਉਹ ਇੱਕ ਫੁੱਲ ਝੜੀ ਹੈ, ਉਹ ਜਗਾਈ ਬੁਝ ਗਈ। ਜਿਹੜੀ ਸਾਦਗੀ ਹੈ ਉਹ ਇੱਕ ਅਗਰਬੱਤੀ ਹੈ, ਉਹ ਬੁਝਣ ਤੋਂ ਬਾਅਦ ਵੀ ਉਹਦੀ ਮਹਿਕ ਆਉਂਦੀ ਰਹਿੰਦੀ ਹੈ। ਬਿਲਕੁਲ। ਔਰ ਕਿਹਾ ਜਾਂਦਾ ਹੈ ਕਿ ਸਾਦਗੀ ਤਾਂ ਤਖਤਾਂ ਤੇ ਰਾਜ ਕਰਦੀ ਹੈ। ਸੋ ਆਲੇ ਦੁਆਲੇ 'ਚ ਜਿੰਨੀ ਮਰਜ਼ੀ ਪ੍ਰਜਾ ਹੋਵੇ ਬਦਲ ਜਾਂਦੀ ਹੈ, ਤਖਤਾਂ ਤੇ ਬੈਠਾ ਹੋਇਆ ਬੰਦਾ ਤਾਂ ਉਦੋਂ ਹੀ ਬਦਲੂਗਾ ਜਦੋਂ ਉਹ ਜਾਊਗਾ ਇਸ ਦੁਨੀਆ ਤੋਂ ਹੈ ਨਾ। ਔਰ ਸਾਡੇ ਸਾਹਮਣੇ ਬਹੁਤ ਸਾਰੀਆਂ ਐਗਜ਼ਾਮਪਲਸ ਵੀ ਨੇ। ਅਸੀਂ ਗੁਰੂਆਂ ਦੀਆਂ, ਪੀਰਾਂ ਦੀਆਂ ਗੱਲਾਂ ਕੀਤੀਆਂ, ਆਪਣੇ ਉਹਨਾਂ ਸਾਰੇ ਆਈਡੀਅਲ ਦੀਆਂ ਗੱਲਾਂ ਕੀਤੀਆਂ। ਹੁਣ ਆਪਾਂ ਕਲਾਸ ਦੇ ਵਿੱਚ ਹੀ ਜਾਂਦੇ ਹੁੰਦੇ ਸੀ, ਮੈਡਮ ਜਿੰਨਾ ਮਰਜ਼ੀ ਚਮਕ ਦਮਕ ਪਾ ਕੇ ਆ ਜਾਵੇ, ਆਪਣਾ ਲੈਕਚਰ ਵੱਲ ਧਿਆਨ ਹੀ ਨਹੀਂ ਜਾਣਾ। ਯਾਦ ਆ ਗਈ ਮੈਡਮ? ਆ ਗਿਆ ਮੈਡਮ, ਯਾਦ ਆ ਗਈ ਮੈਨੂੰ। ਨਹੀਂ ਮੈਡਮ, ਸਭ ਕੁਝ ਯਾਦ ਆ ਗਿਆ। ਓਕੇ ਠੀਕ ਆ। ਮਤਲਬ ਉਹਦੇ ਵੱਲ ਹੀ ਦਿਖੀ ਜਾਣਾ ਹਨਾ, ਤੇ ਬਸ ਸਾਰੀਆਂ ਚੀਜ਼ਾਂ ਨੋਟ ਕਰਨੀਆਂ, ਕੰਨਾਂ 'ਚ ਕੀ ਪਾਇਆ, ਉਹ ਕੀ ਪਾਇਆ। ਬਟ ਇੱਕ ਤਾਂ ਉੱਥੇ ਆਪਣੀ ਇੱਕ ਪਰੰਪਰਾ ਬਣੀ ਹੋਈ ਹੈ, ਗੁਰੂ ਸ਼ਿਸ਼ਯ ਦਾ ਸਾਡਾ ਰਿਲੇਸ਼ਨ ਹੈ। ਉੱਥੇ ਅਸੀਂ ਪੜ੍ਹਨ ਆਏ ਆ, ਪੜਾਉਣ ਆਏ ਆ, ਸਿੱਖਣ ਆਏ ਆ, ਸਿਖਾਉਣ ਆਏ ਆ ਹੈ ਨਾ। ਇਹ ਚੀਜ਼ ਹੋਣੀ ਚਾਹੀਦੀ ਹੈ। ਉੱਥੇ ਵੀ ਅਸੀਂ ਮਤਲਬ ਕਈ ਲੋਕ ਦੇਖਦੇ ਨਹੀਂ ਕਿ ਪਹਿਰਾਵਾ ਕਿਹੜੇ ਸਮੇਂ ਕਿਹੜੇ ਅਕੋਰਡਿੰਗਲੀ ਪਾਉਣਾ ਚਾਹੀਦਾ ਹੈ, ਕਿਹੜੀ ਗੈਦਰਿੰਗ ਹੈਗੀ ਆ, ਕਿੱਥੇ ਅਸੀਂ ਪਲੇਸ ਤੇ ਵਿਜ਼ਿਟ ਕਰ ਰਹੇ ਹੈਗੇ ਆ, ਉਹ ਚੀਜ਼ਾਂ ਵੀ ਬਹੁਤ ਮਾਇਨੇ ਰੱਖਦੀਆਂ ਨੇ। ਇੱਕ ਚੀਜ਼ ਹੋਰ ਕਮਲ, ਜਿੱਦਾਂ ਇਹ ਸੂਟ ਤਾਂ ਮੈਂ ਪਹਿਲਾਂ ਵੀ ਪਾਇਆ ਹੋਇਆ, ਇਹ ਡਰੈਸ ਤਾਂ ਮੈਂ ਪਹਿਲਾਂ ਵੀ ਪਾਈ ਹੋਈ ਹੈ, ਔਰ ਉਹ ਖਾਸ ਤੌਰ ਤੇ ਸਾਨੂੰ ਦੇਖਣ ਵਾਲੇ ਵੀ ਗੈਸ ਕਰਦੇ ਆ ਇਹ ਫਲਾਣੇ ਫੰਕਸ਼ਨ ਤੇ ਵੀ ਪਾ ਕੇ ਆਈ ਸੀ। ਹਾਂ ਇਦਾਂ ਹੀ। ਤੇ ਖਾਸ ਕਰਕੇ ਲੜਾਈਆਂ ਵੀ ਘਰ 'ਚ ਇਸੇ ਗੱਲ ਤੇ ਹੁੰਦੀਆਂ ਨੇ ਕਿ ਮੈਂ ਇਹ ਪਿਛਲੇ ਫੰਕਸ਼ਨ ਤੇ ਪਾਇਆ ਸੀ, ਇਸ ਵਾਰ ਫੰਕਸ਼ਨ ਤੇ ਨਹੀਂ ਪਾਉਣਾ, ਮੈਨੂੰ ਨਵਾਂ ਹੀ ਸੂਟ ਲੈ ਕੇ ਦਿਓ। ਹਾਲਾਂਕਿ ਉਹ ਬੰਦੇ 'ਚ ਜੇ ਹਿੰਮਤ ਨਾ ਹੋਵੇ ਤਾਂ ਫਿਰ ਕੀ ਕਰੇ? ਹਾਂ ਉਹੀ ਨਾ। ਸੋ ਸਿਚੁਏਸ਼ਨ ਤੇ ਹੈ ਨਾ ਸਾਰੀ ਗੱਲ, ਵੀ ਜੋ ਤੁਹਾਡੀ ਹੈਸੀਅਤ ਹੈ, ਜੋ ਤੁਹਾਡੀ ਇਨਕਮ ਹੈ, ਸੋ ਉਹਦੇ ਵਿੱਚ ਹੀ ਸਾਦਗੀ ਹੈ ਨਾ। ਉਹ ਸਾਦਗੀ ਨੂੰ ਤੁਹਾਨੂੰ ਅਪਣਾਉਣਾ ਚਾਹੀਦਾ। ਅਲਮਾਰੀ ਖੋਲੋ ਤੇ ਸਾਰੇ ਕੱਪੜੇ ਉੱਪਰ ਡਿੱਗਦੇ ਆ ਤੇ ਦਿਮਾਗ 'ਚ ਇਹੀ ਫੇਰ ਆਉਂਦਾ ਮੈਂ ਕੀ ਪਾਵਾਂ। ਫਿਰ ਵੀ ਇਹੀ ਹੋਵੇ ਕਿ ਮੈਂ ਸ਼ੋਅ ਆਫ ਹੀ ਕਰਨਾ ਹੈ। ਸੋ ਇਹ ਸਭ ਚੀਜ਼ਾਂ ਮਤਲਬ ਕਿਤੇ ਨਾ ਕਿਤੇ ਸਾਨੂੰ ਵੀ ਇੱਕ ਸਟ੍ਰੈਸ ਦਿੰਦੀਆਂ ਨੇ। ਅਸੀਂ ਡਿਪਰੈਸ ਹੁੰਦੇ ਆ ਆਪਣੀ ਲਾਈਫ ਨੂੰ ਲੈ ਕੇ। ਅਸੀਂ ਆਪਣੀ ਗੁੰਝਲਦਾਰ ਬਣਾਇਆ ਹੋਇਆ ਲਾਈਫ ਨੂੰ, ਬਿਲਕੁਲ ਸਿੰਪਲ। ਅਸੀਂ ਸਾਡੇ ਹੱਥ 'ਚ ਆ, ਚੰਗਾ ਭੋਜਨ ਖਾਵਾਂਗੇ, ਸਵੇਰੇ ਉੱਠਾਂਗੇ ਹੈ ਨਾ, ਤੇ ਆਪਣਾ ਲਾਈਫ ਸਟਾਈਲ ਇੱਦਾਂ ਦਾ ਬਣਾਵਾਂਗੇ ਕਿ ਸਿੰਪਲ, ਕੋਈ ਵਾਧੂ ਰੌਲਾ ਰੱਪਾ ਨਹੀਂ, ਕੋਈ ਪਰੇਸ਼ਾਨੀ ਨਹੀਂ ਹੈ ਨਾ। ਸੋ ਉਹਨੂੰ ਜਦੋਂ ਲਾਈਕ ਕੀਤਾ ਜਾਂਦਾ ਹੈ, ਹੋ ਸਕਦਾ ਹੈ ਕੋਈ ਹੋਰ ਨਹੀਂ ਲਾਈਕ ਕਰਦਾ, ਪਰ ਜਵਾਬ ਤਾਂ ਤੁਸੀਂ ਆਪਣੇ ਆਪ ਨੂੰ ਦੇਣਾ ਨਾ। ਸਾਨੂੰ ਸ਼ੀਸ਼ੇ ਵਿੱਚ ਤੁਸੀਂ ਦੇਖਦੇ ਹੋ, ਤੁਸੀਂ ਆਪਣੇ ਆਪ ਤੇ ਪ੍ਰਾਊਡ ਫੀਲ ਕਰੋ ਕਿ ਯੈਸ ਆਈ ਐਮ। ਸਾਨੂੰ ਸੁਣਨ ਨੂੰ ਵੀ ਮਿਲਦਾ, ਅਸੀਂ ਜੇ ਸਿੰਪਲਿਸਿਟੀ ਅਪਣਾਈਏ ਤੇ ਬਹੁਤ ਸਾਰੇ ਲੋਕ ਸਾਨੂੰ ਇਦਾਂ ਦੇ ਵੀ ਮਿਲਦੇ ਆ, ਜਾਂ ਤੂੰ ਆਊਟ ਆਫ ਫੈਸ਼ਨ ਹੈ, ਤੂੰ ਅਪਡੇਟਡ ਨਹੀਂ ਹੈ ਨਾ, ਤੂੰ ਜ਼ਮਾਨੇ ਦੇ ਨਾਲ ਨਹੀਂ ਚੱਲਦਾ, ਤੂੰ ਬਹੁਤ ਪਿੱਛੇ ਰਹਿ ਜਾਣਾ, ਤੂੰ ਹਜੇ ਤੱਕ ਉੱਥੇ ਹੀ ਪੁਰਾਣੇ ਟਾਈਮ 'ਚ ਜੀ ਜਾਣਾ ਹੈ ਨਾ, ਨਵਾਂ ਇੰਨਾ ਕੁਛ ਆ ਗਿਆ ਉਹਨੂੰ ਆਪਣਾ। ਲਾਈਕ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਸੁਣਦੇ ਹਾਂ। ਮੈਂ ਸਾਦਗੀ ਨੂੰ ਲਾਈਕ ਕਰਦਾ, ਮੈਂ ਸਾਦਗੀ ਨੂੰ ਪਸੰਦ ਕਰਦਾ। ਜਦੋਂ ਮੈਂ ਉਹ ਸਾਦੇਪਨ 'ਚ ਆਨਾ, ਦੈਨ ਮੈਨੂੰ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਸੁਣਨ ਨੂੰ ਮਿਲਦੀਆਂ, ਤੂੰ ਪਿੱਛੇ ਰਹਿ ਜਾਣਾ
ਤੂੰ ਕਛੂਏ ਦੀ ਚਾਲ ਚੱਲਦਾ ਪਿਆ ਇਹ ਉਹ ਹਨਾ ਸੋ ਯਾਨੀ ਕਿ ਸਾਦਗੀ ਦੀ ਉਮਰ ਲੰਬੀ ਆ ਮੈਨੂੰ ਇੰਨਾ ਪਤਾ ਹਾਂ ਬਿਲਕੁਲ ਲੰਬੀ ਆ ਔਰ ਕਛੂਏ ਦੀ ਚਾਲ ਚੱਲਣ ਵਾਲੇ ਹਮੇਸ਼ਾ ਜਿੱਤਦੇ ਆ ਹਾਂ ਜਿੱਤ ਤਾਂ ਪੱਕੀ ਆ ਜਿੱਤ ਪੱਕੀ ਕੋਈ ਗੱਲ ਨਹੀਂ ਹੌਲੀ ਹੌਲੀ ਤੁਰੇ ਆ ਮੰਜ਼ਿਲਾਂ ਤੇ ਜ਼ਰੂਰ ਪਹੁੰਚਾਂਗੇ ਬਸ ਇਹੀ ਜਜ਼ਬਾ ਹੋਣਾ ਚਾਹੀਦਾ ਬਟ ਕਿਸੇ ਚੀਜ਼ ਦੇ ਲਈ ਨਕਲੀਪਨ ਹੋਵੇ ਕਿਸੇ ਚੀਜ਼ ਲਈ ਤੁਸੀਂ ਆਪਣੇ ਆਪ ਤੇ ਨਕਾਬ ਪਹਿਨ ਕੇ ਚੱਲੋ ਤੁਹਾਨੂੰ ਸ਼ਾਂਤੀ ਅੰਦਰੂਨੀ ਨਹੀਂ ਮਿਲੇਗੀ ਤੁਹਾਡੀ ਰੂਹ ਨੂੰ ਸਕੂਨ ਮਿਲੇ ਤਾਂ ਉਹੀ ਕੰਮ ਕਰਨਾ ਚਾਹੀਦਾ ਹੈ ਜੇ ਰੂਹ ਤੁਹਾਡੀ ਸਕੂਨ ਮਿਲਦਾ ਹੈਗਾ ਸਿੰਪਲਿਸਿਟੀ ਨਾਲ ਸਾਦਗੀ ਨਾਲ ਤਾਂ ਪੱਕਾ ਹੀ ਮਿਲੇਗਾ ਸਕੂਨ ਤੇ ਮੈਨੂੰ ਵੀ ਲੱਗਦਾ ਹੈ ਕਿ ਹੁਣ ਸਾਡੇ ਦਰਸ਼ਕ ਕਹਿੰਦੇ ਹੋਣਗੇ ਕਿ ਸਾਦਗੀ ਦੇ ਉੱਤੇ ਗੱਲ ਤਾਂ ਜ਼ਰੂਰ ਕੀਤੀ ਆ ਅਪਣਾਉਂਦੇ ਕਿੰਨੇ ਆ ਅਸੀਂ ਤਾਂ ਜ਼ਰੂਰ ਅਪਣਾਵਾਂਗੇ ਉਮੀਦ ਹੈ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਅਸੀਂ ਗੱਲਾਂ ਕੀਤੀਆਂ ਸਾਦਗੀ ਉੱਤੇ ਕਹਿੰਦੇ ਹੁੰਦੇ ਕਿ ਗੱਲਾਂ ਕਰਨ ਦੇ ਨਾਲ ਹੀ ਘਰ ਨਹੀਂ ਪੂਰੇ ਹੁੰਦੇ ਅਪਣਾਉਣਾ ਵੀ ਪੈਂਦਾ ਅਸੀਂ ਜ਼ਰੂਰ ਅਪਣਾ ਰਹੇ ਹਾਂ ਸਾਨੂੰ ਸਾਦਗੀ ਪਸੰਦ ਹੈ ਔਰ ਉਮੀਦ ਹੈ ਤੁਹਾਨੂੰ ਵੀ ਸਾਦਗੀ ਪਸੰਦ ਹੋਏਗੀ ਜਿੰਨਾ ਸ਼ੋ ਆਫ ਕਰੀਏ ਉਨਾ ਹੀ ਘੱਟ ਹੈਗਾ ਆਪਣੀ ਜ਼ਿੰਦਗੀ ਨੂੰ ਸਰਲਤਾ ਬਣਾਈਏ ਔਰ ਸਰਲਤਾ ਦੇ ਨਾਲ ਹੀ ਜੀਏ ਤਾਂ ਆਨੰਦ ਹੀ ਆਨੰਦ ਹੋਏਗਾ ਔਰ ਤੁਸੀਂ ਖੁਸ਼ ਰਹੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਰਹੋ ਮੈਨੂੰ ਕਮਲਪ੍ਰੀਤ ਕੌਰ ਨੂੰ ਤੇ ਮੈਨੂੰ ਵਿਕਾਸ ਮੋਗਿਆ ਨੂੰ ਦਿਓ ਆਗਿਆ ਬਹੁਤ ਬਹੁਤ ਸ਼ੁਕਰੀਆ